तरह यूके यूरोप ਅਤੇ ਹੋਰ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਆਪ ਸਕਾਈ ਚੈਨਲ 772 ਜੋ ਕਿ ਕਾਂਸ਼ੀ ਟੀਵੀ ਦੇ ਜ਼ਰੀਏ ਲੋਟਸ ਟੀਵੀ ਵੇਖ ਰਹੇ ਹੋ, ਜੋ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦਾ ਸਥਾਪਿਤ ਕੀਤਾ ਹੋਇਆ ਮੀਡੀਆ ਵਿੰਗ ਹੈ, ਹਮੇਸ਼ਾ ਦੀ ਤਰ੍ਹਾਂ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਕੋਟि कोटि प्रणाम विश्व रतन बाबा साहब डॉक्टर भीमराव अंबेडकर, कोटि कोटि प्रणाम तथागत बुद्ध ते उन्हां दे धम नूं। जिस तरह हमेशा ही आप नाल दसदे हाँ कि विश्व रतन बाबा साहब डॉक्टर भीमराव अंबेडकर उन्हां दा समाज, तथागत बुद्ध ते उन्हां दा धम ते बाबा साहब दे कारवे नाल जुड़िया हर पहलू आप सब नाल हमेशा साझा करते हाँ। तो सब तो पहले अज जिस तरह आप सब नाल बहुत ही अच्छा मौका है कि अज जो है पूरे देश दे विच मदर्स डे मनाया जा रहा है, तो असी अपने वालों परिवार वालों ते सारे ही लोटस टीवी की टीम वालों सारे संसार भर दियां मावां नूं असी बहुत बहुत बधाइयां दिंदे हाँ। ते सारियां ही मावां जो बच्चों के नाल हन जां उन्हां दा साथ छड्ड गए हन ते जां बच्चों के नाल किसी तरह का भी उन्हां दा जो नाता है, एक माँ का नाता जो है परिवारां दे नाल, हर माँ नूं अज असी बहुत बहुत बधाइयां दिंदे हाँ। ते बुद्धम संघ दी अनुकंपा नाल हर माँ नूं ये माण जो मिलिया है, उन्हां नूं तंदरुस्त ते खुशी ते निरोगी रहन दी कामना करदे हाँ। ते इन्हां उम्मीदां दे नाल हर बच्चे नूं अपने माँ बाप दे रोल नूं, माँ दे अहुदे नूं समझण दी समर्था तथागत बुद्ध दे धम अनुसार असी चाहुंदे हाँ कि होवे ते अपने माँ बाप की सेवा करते हुए हर व्यक्ति एक बहुत ही सुचज्जा ते सुच्चा जीवन जो व्यतीत करे। उस दे नाल नाल अज मेरे नाल स्टूडियो विच जो साथ देणगे मेरे बहुत ही आदरणीय साथी साडे देवलाल सुमन जी अज स्टूडियो विच हन, बहुत ही अच्छे मौके ते। देव सुमन जी एक बार तो आप बहुत बहुत स्वागत है। नमो बुद्धा, जय भीम रेखा जी। महाकारुणिक तथागत भगवान बुद्ध जी नूं कोटि कोटि वंदना करदा होया परम पूज्य बोधि सतव विश्व रतन बाबा साहब डॉक्टर अंबेडकर जी नूं कोटि कोटि नमन। यूके यूरोप ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਅੱਜ ਮਦਰ ਡੇ ਹੈ, ਅੱਜ ਮਾਤਾ ਦਾ ਦਿਨ ਹੈ ਤੇ ਅੱਜ ਸਾਡੀਆਂ ਮਾਵਾਂ ਦਾ ਦਿਨ ਹੈ, ਤਾਂ ਇਸ ਸ਼ੁਭ ਅਵਸਰ 'ਤੇ ਮੈਂ ਦੁਨੀਆ ਭਰ ਦੀਆਂ ਸਾਰੀਆਂ ਮਾਤਾਵਾਂ ਨੂੰ ਕੋਟि ਕੋਟि ਨਮਨ ਕਰਦਾ ਹੋਇਆ ਉਹਨਾਂ ਨੂੰ ਹੈਪੀ ਮਦਰ ਡੇ ਆਖਦਾ ਹਾਂ। ਉਹਨਾਂ ਵਾਸਤੇ ਸ਼ੁਭ ਕਾਮਨਾ ਕਰਦਾ ਹਾਂ ਕਿ ਜਗ ਸੰਸਾਰ ਭਰ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਨਾਲ ਜੁੜੀਆਂ ਰਹਿਣ ਅਤੇ ਉਹਨਾਂ ਦਾ ਪਿਆਰ ਉਹਨਾਂ ਦੇ ਨਾਲ ਜੁੜਿਆ ਰਹੇ। ਉਹਦੇ ਨਾਲ ਨਾਲ ਕੋਟि ਕੋਟि ਨਮਨ ਮਾਤਾ ਮਹਾਮਾਇਆ ਜੀ ਨੂੰ, ਜਿਨ੍ਹਾਂ ਨੇ ਸਿਧਾਰਥ ਗੌਤਮ ਨੂੰ, ਜੋ ਕਿ ਬਾਅਦ ਦੇ ਵਿੱਚ ਮਹਾਮਾਨਵ ਬੁੱਧ ਬਣੇ, ਮਹਾਤਿਆਗੀ ਬਣੇ, ਤਾਂ ਅੱਜ ਜਿਨ੍ਹਾਂ ਦਾ ਧੰਮ ਸਾਡੇ ਨਾਲ ਹੈ, ਜਿਹਦੇ ਕਰਕੇ ਅਸੀਂ ਸੁੱਖ ਮਾਣ ਰਹੇ ਹਾਂ ਉਹਨਾਂ ਦੀਆਂ ਟੀਚਿੰਗ ਦੇ ਨਾਲ। ਨਮਨ ਹੈ ਮਾਤਾ ਮਹਾਮਾਇਆ ਜੀ ਨੂੰ। ਕੋਟि ਕੋਟि ਨਮਨ ਮਹਾਪ੍ਰਜਾਪਤੀ ਗੌਤਮੀ ਜੀ ਨੂੰ, ਜਿਨ੍ਹਾਂ ਨੇ ਸਿਧਾਰਥ ਗੌਤਮ ਨੂੰ ਉਹਨਾਂ ਦੀ ਪਾਲਣ ਪੋਸ਼ਣ ਕੀਤਾ, ਕਿਉਂਕਿ ਜਦੋਂ ਮੈਂ ਸਿਧਾਰਥ ਗੌਤਮ ਪੈਦਾ ਹੋਏ ਤਾਂ 7 ਦਿਨ ਦੇ ਬਾਅਦ ਹੀ ਮਹਾਮਾਇਆ ਜੀ ਜਿਹੜੇ ਸੀਗੇ ਉਹ ਸਾਡੇ ਤੋਂ ਵਿਛੜ ਗਏ ਸੀ, ਅਤੇ ਉਹਦੀ ਪਾਲਣ ਪੋਸ਼ਣ ਜਿਹੜਾ ਆ ਉਹ ਪ੍ਰਜਾਪਤੀ ਗੌਤਮੀ ਜੀ ਨੇ ਕੀਤਾ ਸੀਗਾ। ਕੋਟि ਕੋਟि ਨਮਨ ਆ ਮਹਾਪਾਸ਼ਕਾ ਮਹਾਦਾਨੀ ਵਿਸਾਖਾ ਜੀ ਨੂੰ। ਕੋਟि ਕੋਟि ਨਮਨ ਆ ਦਾਦੀ ਮਾਂ ਸਵਿਤਰੀ ਬਾਈ ਫੂਲੇ ਜੀ ਨੂੰ, ਜਿਨ੍ਹਾਂ ਦੇ ਕਰਕੇ ਅੱਜ ਸਾਡੀਆਂ ਭੈਣਾਂ, ਮਾਵਾਂ, ਬੱਚੀਆਂ ਅੱਜ ਜੋ ਐਜੂਕੇਸ਼ਨ ਜੋ ਪੜ੍ਹਾਈ ਹੈ ਉਹ ਮਾਣ ਰਹੀਆਂ ਆ। ਇਹ ਅਧਿਕਾਰ ਜਿਹੜਾ ਹੈ, ਪਹਿਲੀ ਟੀਚਰ ਭਾਰਤ ਦੇਸ਼ ਦੀ ਇੱਕ ਲੇਡੀ ਟੀਚਰ ਹੈ, ਅਤੇ ਉਹ ਦਾਦੀ ਮਾਮਾ ਫੂਲੇ ਜੀ ਨੂੰ ਉਹਨੂੰ ਕੋਟि ਕੋਟि ਨਮਨ ਕਰਦਾ ਹੋਇਆ। ਉਹਦੇ ਨਾਲ ਹੀ ਕੋਟि ਕੋਟि ਨਮਨ ਕਰਦਾ ਹਾਂ ਤਿਆਗ ਮੂਰਤੀ ਭੀਮਾ ਬਾਈ ਜੀ ਨੂੰ, ਜਿਨ੍ਹਾਂ ਨੇ ਇੱਕ ਸਪੂਤ ਨੂੰ ਜਨਮ ਦਿੱਤਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਜਿਹਦੇ ਕਰਕੇ ਅੱਜ ਅਸੀਂ, ਜਿਨ੍ਹਾਂ ਨੇ ਲੱਖਾਂ ਕਰੋੜਾਂ ਲੋਕ ਜਿਹੜੇ ਨਰਕ ਦੀ ਜ਼ਿੰਦਗੀ ਜੀ ਰਹੇ ਸੀ, ਅਤੇ ਉਹਨਾਂ ਨੂੰ ਅੱਜ ਇਹ ਜਿਹੜੀਆਂ ਸਹੂਲਤਾਂ, ਸੁੱਖ ਸੁਵਿਧਾਵਾਂ ਜਿਹੜੀਆਂ ਆ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਰਕੇ। ਅਤੇ ਸਭ ਤੋਂ ਵੱਡੀ ਚੀਜ਼
ਕਿ ਭਾਰਤ ਨੂੰ ਦੁਬਾਰਾ ਬੁੱਧ ਨੂੰ ਵਾਪਸ ਲੈ ਕੇ ਆਉਣਾ। ਹੀ ਵਾਜ਼ ਦਾ ਰਿਵਾਈਵਲਿਸਟ ਆਫ ਬੁੱਧਿਜ਼ਮ ਇਨ ਮਾਡਰਨ ਇੰਡੀਆ। ਕੋਟੀ ਕੋਟੀ ਨਮਨ ਹੈ ਭੀਮਾ ਬਾਈ ਜੀ ਨੂੰ, ਤੇ ਨਾਲ ਹੀ ਕੋਟੀ ਕੋਟੀ ਨਮਨ ਕਰਦਾ ਹਾਂ ਮਾਤਾ ਰਮਈਆ ਜੀ ਨੂੰ, ਰਾਮਾ ਬਾਈ ਜੀ ਨੂੰ, ਬਿਲਕੁਲ ਤਿਆਗ ਮੂਰਤੀ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਕੁਰਬਾਨੀ ਦਿੱਤੀ, ਆਪਣੇ ਦੁੱਖਾਂ ਨੂੰ ਝੇਲਿਆ। ਦੁੱਖਾਂ ਨੂੰ ਝੇਲਦੇ ਹੋਏ ਬਾਬਾ ਸਾਹਿਬ ਨੂੰ ਇੱਕ ਵੀ ਸ਼ਿਕਾਇਤ ਨਹੀਂ ਕੀਤੀ। ਤੇ ਅੱਜ ਉਹਨਾਂ ਦੇ ਕਰਕੇ ਹੀ ਅਗਰ ਬਾਬਾ ਸਾਹਿਬ ਨੇ ਜੋ ਇਹ ਮਿਸ਼ਨ ਚਲਾਇਆ, ਜੋ ਉਹਨਾਂ ਨੇ ਜੋ ਕੰਮ ਕੀਤੇ ਕਰੋੜਾਂ ਲੋਕਾਂ ਵਾਸਤੇ, ਉਹਨਾਂ ਨੇ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਦੂਸਰੇ ਕਰੋੜਾਂ ਲੋਕਾਂ ਬੱਚਿਆਂ ਨੂੰ ਅੱਜ ਉਹਨਾਂ ਦੇ ਜਿਹੜੀ ਕੁਰਬਾਨੀ ਦਾ ਮਾਣ ਮਾਣ ਰਹੇ, ਸੁੱਖ ਮਾਣ ਰਹੇ ਆ। ਕੋਟੀ ਕੋਟੀ ਪ੍ਰਣਾਮ ਇੱਕ ਵਾਰੀ ਫਿਰ ਦੁਨੀਆ ਭਰ ਦੀਆਂ ਮਾਵਾਂ ਨੂੰ, ਕੋਟੀ ਕੋਟੀ ਨਮਨ ਤੇ ਹੈਪੀ ਮਦਰ ਡੇ ਸਾਰੀਆਂ ਮਾਵਾਂ ਨੂੰ। बहुत बहुत ਧੰਨਵਾਦ ਸੁਮਨ ਸਾਹਿਬ, आपने बहुत ही अच्छा ਸੰਸਾਰ ਭਰ ਦੀਆਂ ਮਾਵਾਂ ਨੂੰ ਜਿਸ ਤਰ੍ਹਾਂ ਮਾਂ ਦਾ ਜੋ ਦਰਜਾ ਹੈ ਉਹ ਵਿਅਕਤੀ ਤਬ ਸਾਨੂੰ ਉਸ ਟਾਈਮ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੀਆਂ ਮਾਤਾਵਾਂ ਦੇ ਨਾਮ ਸਾਡੇ ਨਾਲ ਸਾਂਝੇ ਕੀਤੇ ਹਨ ਕਿ ਉਹਨਾਂ ਦੀ ਕਿੰਨੀ ਦੇਣ ਹੈ। ਤਾਂ ਉਹਨਾਂ ਦੇ ਕਰਕੇ ਹੀ ਇਹ ਜੋ ਮਾਵਾਂ ਹਨ ਆਪਣੇ ਜ਼ਿੰਦਗੀ ਦਾ ਜੋ ਸਾਰੇ ਅਧਿਕਾਰਾਂ ਨੂੰ ਮਾਣਦੇ ਹੋਏ ਜ਼ਿੰਦਗੀ ਨੂੰ ਜੀ ਰਹੀਆਂ ਹਨ। ਤੇ ਸਾਰੀਆਂ ਹੀ ਮਾਤਾਵਾਂ ਨੂੰ, ਸਾਰੀਆਂ ਹੀ ਮਾਵਾਂ ਨੂੰ ਅੱਜ ਮਦਰਸ ਡੇ ਤੇ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਇਹੀ ਉਮੀਦਾਂ ਰੱਖਦੇ ਹਾਂ, ਇਹੀ ਆਸ ਕਰਦੇ ਹਾਂ, ਇਹੀ ਤਥਾਗਤ ਬੁੱਧ ਧੰਮ ਦੇ ਅੱਗੇ ਅਮਾ ਕਰਦੇ ਹਾਂ ਕਿ ਆਪ ਸਭ ਆਪਣੇ ਪਰਿਵਾਰਾਂ ਦੇ ਵਿੱਚ ਸੁਖੀ ਤੇ ਖੁਸ਼ਹਾਲ ਹੋ। ਉਸ ਦੇ ਨਾਲ ਨਾਲ ਜਿਸ ਤਰ੍ਹਾਂ ਸੁਮਨ ਸਾਹਿਬ ਅਸੀਂ ਖੁਸ਼ੀਆਂ ਤਾਂ ਗਮੀਆਂ ਹਮੇਸ਼ਾ ਸਾਨੂੰ ਸਾਂਝੀਆਂ ਕਰਨੀਆਂ ਪੈਂਦੀਆਂ ਹਨ। ਜ਼ਿੰਦਗੀ ਦਾ ਨਾਂ ਹੀ ਇਹ ਹੈ ਕਿ ਸੁੱਖ ਤੇ ਦੁੱਖ ਇਸ ਤਰ੍ਹਾਂ ਸਾਡੇ ਨਾਲ ਜੁੜੇ ਹੁੰਦੇ ਹਨ, ਜੀਵਨ ਦਾ ਹਿੱਸਾ ਹਨ। ਤੇ ਦੋਨੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਨਾਲ ਸਾਡੇ ਹਨ। ਤੇ ਅੱਜ ਜਿਸ ਤਰ੍ਹਾਂ ਮਦਰਸ ਡੇ ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਉਸ ਦੇ ਨਾਲ ਨਾਲ ਇਹ ਇੱਕ ਬਹੁਤ ਹੀ ਆਪਾਂ ਦੁਖੀ ਹਿਰਦੇ ਦੇ ਨਾਲ ਸਾਡੇ ਬਹੁਤ ਹੀ ਇੱਕ ਐਦਾਂ ਦੇ ਮਦਰ, ਉਹਨਾਂ ਨੂੰ ਵੀ ਬਹੁਤ, ਉਹਨਾਂ ਦੇ ਬੱਚਿਆਂ ਦੇ ਲਈ ਵੀ ਉਹਨਾਂ ਦਾ ਬਹੁਤ ਜੋ ਯੋਗਦਾਨ ਹੋਵੇਗਾ। ਇੱਕ ਮਾਤਾ ਜੋ ਹੈ ਸਾਡੇ ਬਹੁਤ ਹੀ ਆਦਰਣੀय ਸਾਥੀ ਔਰ ਜੋ ਕਿ ਡੈਡੀਕੇਟਡ ਮੈਂਬਰਸ ਹਨ। ਗੱਲ ਕਰ ਰਹੀ ਹਾਂ ਸਾਡੇ ਬਹੁਤ ਹੀ ਆਦਰਣੀय ਸਾਥੀ ਮਿਸਟਰ ਸੁਰਿੰਦਰ ਮੈਮੀ ਜੀ, ਜੋ ਕਿ ਲੰਡਨ ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਲੰਡਨ ਦੇ ਵਾਈਸ ਚੇਅਰਮੈਨ ਹਨ। ਤੇ ਉਹਨਾਂ ਦਾ ਹਾਫ ਮੀਨ, ਉਹਨਾਂ ਦਾ ਅੱਧ ਜੋ ਸਾਡੇ ਭੈਣ ਜੀ ਸਤਿਆ ਮੈਮੀ ਜੀ, ਜੋ ਕਿ ਸਡਨ ਹੀ ਪਿਛਲੇ ਹਫਤੇ 24 ਮਾਰਚ ਨੂੰ ਇੱਕ ਆਪਣਾ ਸਰੀਰ ਛੱਡ ਕੇ ਇੱਕ ਬੜਾ ਹੀ ਸਦੀਮੀ ਵਿਛੋੜਾ ਦੇ ਗਏ ਹਨ ਪਰਿਵਾਰ ਨੂੰ। ਤੇ ਅਸੀਂ ਉਹਨਾਂ ਦੇ ਸਾਰੇ ਹੀ ਪਰਿਵਾਰ ਦੇ ਨਾਲ, ਖਾਸ ਕਰਕੇ ਸਾਡੇ ਆਦਰਣੀय ਸਾਥੀ ਮਿਸਟਰ ਸੁਰਿੰਦਰ ਮੈਮੀ ਜੀ ਬਹੁਤ ਹੀ ਡੈਡੀਕੇਟਡ ਔਰ ਮਿਸ਼ਨਰੀ ਸਾਥੀ ਹਨ। ਤੇ ਉਹਨਾਂ ਦਾ ਜੋ ਅੱਧਾ ਹਿੱਸਾ ਹੈ ਸਾਡੇ ਭੈਣ ਜੀ ਸਤਿਆ ਮੈਮੀ ਜੀ, ਜੋ ਉਹਨਾਂ ਦਾ ਸਾਥ ਛੱਡ ਗਏ ਹਨ, ਬੱਚਿਆਂ ਨੂੰ ਵਿਛੋੜਾ ਦੇ ਗਏ ਹਨ। ਤੇ ਬੜੇ ਹੀ ਅਸੀਂ ਦੁਖੀ ਹਿਰਦੇ ਨਾਲ ਆਪਣੇ ਵੱਲੋਂ ਤੇ ਪੂਰੇ ਹੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੀ ਟੀਮ ਵੱਲੋਂ ਤੇ ਲੋਟਸ ਦੀ ਪੂਰੀ ਹੀ ਟੀਮ ਵੱਲੋਂ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਸਾਰੇ ਹੀ ਮੈਂਬਰਾਂ ਵੱਲੋਂ ਆਪਣਾ ਜੋ ਉਹਨਾਂ ਨਾਲ ਦੁੱਖ ਜ਼ਾਹਰ ਕਰਦੇ ਹਾਂ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਉਸ ਦੇ ਨਾਲ ਨਾਲ ਜਿਸ ਤਰ੍ਹਾਂ ਸਾਡੇ ਭੈਣ ਜੀ ਸਤਿਆ ਮੈਮੀ ਜੀ 24 ਤਰੀਕ ਨੂੰ ਸਾਥ ਆਪਣਾ ਜੋ ਛੱਡ ਗਏ ਹਨ, ਆਪਣੇ ਸਵਾਸ ਪੂਰੇ ਕਰਕੇ ਸਾਨੂੰ ਜੋ ਆਪਣੇ ਜੀਵਨ ਤੋਂ ਅਲਵਿਦਾ ਕਹਿ ਗਏ ਹਨ। ਤੇ ਉਹਨਾਂ ਦਾ 4 ਅਪ੍ਰੈਲ ਨੂੰ ਜੋ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਜਾਏਗੀ, ਜੋ ਉਹਨਾਂ ਦਾ ਫਿਊਨਰਲ ਹੈ 4 ਅਪ੍ਰੈਲ ਨੂੰ ਹੋਵੇਗਾ। ਤਾਂ ਇਸ ਦੇ ਬਾਰੇ ਸਾਰੀਆਂ ਹੀ ਆਪ ਨਾਲ ਜੋ ਡਿਟੇਲਸ ਹਨ ਉਹ ਵੀ ਸਾਂਝੀਆਂ ਕੀਤੀਆਂ ਜਾਣਗੀਆਂ, ਜਿਸ ਤਰ੍ਹਾਂ ਤੁਹਾਨੂੰ ਪਿਕਚਰਾਂ ਵੀ ਦਿਖਾਈਆਂ ਜਾ ਰਹੀਆਂ ਹਨ ਉਹਨਾਂ ਦੇ ਨਾਲ। ਤੇ ਇੱਕ ਵਾਰ ਅਸੀਂ ਫਿਰ ਆਪਣੇ ਵੱਲੋਂ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ ਤੇ ਲੋਟਸ ਦੀ ਪੂਰੀ ਹੀ ਟੀਮ ਵੱਲੋਂ ਪੂਰੇ ਪਰਿਵਾਰ ਨਾਲ, ਆਪਣੇ ਸਾਥੀ ਮਿਸਟਰ ਸੁਰਿੰਦਰ ਮੈਮੀ ਜੀ ਨਾਲ ਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨਾਲ, ਬੱਚਿਆਂ ਨਾਲ, ਗ੍ਰੈਂਡ ਚਿਲਡਰਨ ਨਾਲ, ਉਹਨਾਂ ਦੀਆਂ ਬਹੂਆਂ ਨਾਲ, ਬੇਟੀਆਂ ਨਾਲ, ਸਾਰਿਆਂ ਨਾਲ ਹੀ ਬਹੁਤ ਹੀ ਇਸ ਦੁੱਖ ਦੀ ਘੜੀ ਵਿੱਚ ਖੜੇ ਹਾਂ ਤੇ ਹਮੇਸ਼ਾ ਹੀ ਉਹਨਾਂ ਦਾ ਸਾਥ ਦੇਵਾਂਗੇ। ਤੇ ਤਥਾਗਤ ਬੁੱਧ ਦੀ ਧੰਮ ਅਨੁਪਮਾ ਨਾਲ ਇਹੀ ਕਾਮਨਾ ਕਰਾਂਗੇ ਕਿ ਉਹਨਾਂ ਨੂੰ ਇਸ ਭਾਣੇ ਨੂੰ ਮੰਨਣ ਦਾ ਜੋ ਬਲ ਬਖਸ਼ਣ ਤੇ ਉਹਨਾਂ ਦੇ ਵਿੱਚ ਇਹੀ ਸਮਰੱਥਾ ਅਸੀਂ ਮਹਿਸੂਸ ਕਰਾਂਗੇ। ਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਅੱਜ ਗੱਲ ਕਰ ਰਹੇ ਹਾਂ ਕਿ ਅਸੀਂ ਹਮੇਸ਼ਾ ਜੋ ਤਥਾਗਤ ਬੁੱਧ ਤੇ ਉਹਨਾਂ ਦੇ ਧੰਮ ਦੀ ਗੱਲ ਕਰਦੇ ਹਾਂ ਤੇ ਉਸ ਬਲ ਨੂੰ ਚਰਚਾ ਕਰਾਂਗੇ। ਉਸ ਤੋਂ ਪਹਿਲੇ ਜਿਸ ਤਰ੍ਹਾਂ ਅੱਜ ਅਸੀਂ ਮਦਰਸ ਡੇ ਦੀ ਗੱਲ ਕਰ ਰਹੇ ਹਾਂ ਤੇ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਸੰਸਾਰ ਭਰ ਦੀਆਂ ਮਾਵਾਂ ਅੱਜ ਬਹੁਤ ਤਰੀਕਿਆਂ ਦੇ ਨਾਲ ਬੱਚੇ ਆਪਣੀਆਂ ਮਾਵਾਂ ਨਾਲ ਅੱਜ ਦਾ ਦਿਨ ਜੋ ਬਣਾ ਰਹੇ ਹਨ ਤੇ ਮਾਵਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ
ਸਾਥ ਹੈ ਕਿ ਕਈਆਂ ਦੀਆਂ ਮਦਰਸ ਨਾਲ ਹਨ, ਕਈਆਂ ਦੀਆਂ ਨਹੀਂ ਹਨ, ਤੇ ਉਹਨਾਂ ਸਾਰੀਆਂ ਹੀ ਮਾਵਾਂ ਨੂੰ ਡੈਡੀਕੇਟਡ ਅੱਜ ਅਸੀਂ ਇੱਕ ਗੀਤ ਜ਼ਰੂਰ ਸਾਂਝਾ ਕਰਾਂਗੇ। ਤੋਂ ਅਸੀਂ ਆਪਣੇ ਟੈਕਨੀਸ਼ੀਅਨ ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਕਿ ਇੱਕ ਮਦਰਸ ਡੇ ਤੇ ਅੱਜ ਇੱਕ ਜੋ ਗੀਤ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। ਲਈ ਚੰਦ ਅਲਫਾਜ਼ ਪੀਰ ਪੈਗੰਬਰ ਗੁਰੂ ਬਲੀਆ ਲਿਏ ਜਿਸ ਦੀ ਕੁੱਖੋਂ ਜਾਏ ਲਾਏ ਉਹ ਕੀ ਕਰਾਂ ਬਿਆਨੀ ਅੰਮੀਏ ਮੈਂ ਤੇਰੇ ਕੁਰਬਾਨੀ ਅੰਮੀਏ ਉਹ ਕੀ ਕਰਾਂ ਬਿਆਨੀ ਅੰਮੀਏ ਮੈਂ ਤੇਰੇ ਕੁਰਬਾਨੀ ਅੰਮੀਏ ਸਭ ਲੇਖਾ ਚੋਖਾ ਕਰ ਅੰਦਾਜ਼ਾ ਲਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਕਰਜਾ ਕੀ ਕਹਿਣਾ ਹਾਏ ਮਾਏ ਕੀ ਕਰਾਂ ਮੈਂ ਤੇਰਾ ਦਰਦ ਵੰਡਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਬੰਦਗੀ ਦਾ ਕਰਜ਼ਾ ਆ ਤੇਰੇ ਵਾਂਗੂ ਮੈਥੋਂ ਤੇਰੇ ਵਾਂਗੂ ਮੈਥੋਂ ਮਰਬ ਮਨਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਉੱਠ ਬਹਿਣ ਦਾ ਕਰਜ਼ਾ ਮੈਂ ਤੇਰੀ ਨਿੱਗੀ ਗੋਦ ਦਾ ਤੇਰੀ ਨਿੱਗੀ ਗੋਦ ਦਾ ਹਾਲ ਸੁਣਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ
ਹੱਡ ਗਾਲਣ ਦਾ ਕਰਜ਼ਾ ਹੈ ਤੇਰੇ ਵਾਂਗੂ ਸਾਥੋਂ ਹੈ ਤੇਰੇ ਵਾਂਗੂ ਸਾਥੋਂ ਮਾਂ ਦਰਦ ਹੰਡਾਇਆ ਨਹੀਂ ਜਾਣਾ ਹੈ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਮੈਨੂੰ ਵਿਆਹ ਕੇ ਮੰਗ ਲਿਆ ਪੋਤੜਾ ਹੋਰ ਚੜਾਈ ਜਾਵੇਂ ਕਰਜ਼ਾ ਪੁੱਤ ਦੇ ਪੁੱਤ ਨੂੰ ਗੋਦ ਖੜਾ ਕੇ ਗੋਦ ਖਿਡਾਈ ਜਾਵੇਂ ਕਰਜ਼ਾ ਏਡਾ ਵਿਆਜ ਲਗਾਣਾ ਏਡਾ ਵਿਆਜ ਲਗਾਣਾ ਮੂਲ ਵੀ ਲਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਲੱਕ ਕਾਲੇ ਦੇ ਐਬ ਛੁਪਾ ਕੇ ਰੱਖੀ ਜੋ ਚੋਰੀ ਦਾ ਕਰਜ਼ਾ ਹਾਏ ਕਰਮਜੀਤ ਤੋਂ ਨਹੀਂ ਓ ਲੱਥਣਾ ਮਾਂ ਤੇਰੀ ਲੋਰੀ ਦਾ ਕਰਜ਼ਾ ਉਹ ਪੂਰੀ ਤੋਂ ਤੇਰੇ ਬਿਨ ਕੋਈ ਪੂਰੀ ਤੋਂ ਤੇਰੇ ਬਿਨ ਕੋਈ ਰੱਬ ਤੇ ਆਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਹਾਏ ਅੰਮੀਏ ਤੇਰਾ ਮੈਥੋਂ ਕਰਜ਼ ਚੁਕਾਇਆ ਨਹੀਂ ਜਾਣਾ ਹਾਏ ਅੰਮੀਏ ਤੇਰਾ ਓਕੇ, ਜਿਸ ਤਰ੍ਹਾਂ ਆਪ ਸਭ ਨੇ ਸਾਡਾ ਬਹੁਤ ਹੀ ਮਾਵਾਂ ਦੇ ਲਈ ਮਦਰਸ ਡੇ ਦੇ ਲਈ ਡੈਡੀਕੇਟਡ Song ਜੋ ਆਪ ਨਾਲ ਸਾਂਝਾ ਕੀਤਾ ਹੈ, ਉਮੀਦ ਕਰਦੇ ਹਾਂ ਕਿ ਸਾਰੀਆਂ ਮਾਵਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਸੁਮਨ ਸਾਹਿਬ ਅੱਜ ਅਸੀਂ ਮਦਰਸ ਡੇ ਦੀਆਂ ਵਧਾਈਆਂ ਦੇ ਰਹੇ ਹਨ ਤੇ ਬੜਾ ਸੈਡ ਨਿਊਜ਼ ਵੀ ਜੋ ਸਾਡੇ ਬਹੁਤ ਹੀ ਡੈਡੀਕੇਟਡ ਭੈਣ ਜੀ ਸਤਿਆ ਮੈਮੀ ਜੀ ਸਾਡਾ ਸਾਥ ਛੱਡ ਗਏ ਹਨ, ਉਹਨਾਂ ਦਾ ਵੀ ਜੋ ਅਸੀਂ ਬੜੇ ਦੁੱਖ ਦੇ ਨਾਲ ਪਰਿਵਾਰ ਦੇ ਨਾਲ ਸਾਂਝਾ ਪਾਈਆਂ ਹਨ। ਤੇ ਉਸ ਦੇ ਵਿੱਚ ਖਾਸ ਕਰਕੇ ਇੰਟਰਨੈਸ਼ਨਲ ਮਿਸ਼ਨ ਲੰਡਨ ਦੇ ਸਾਰੇ ਹੀ ਮੈਂਬਰਾਂ ਵੱਲੋਂ ਬਹੁਤ ਹੀ ਦੁੱਖ ਦੇ ਨਾਲ ਪਰਿਵਾਰ ਦੇ ਨਾਲ ਸਾਂਝਾ ਪਾਈਆਂ ਗਈਆਂ ਹਨ। ਸਾਰਿਆਂ ਨੇ ਹੀ ਬੜੇ ਸੈਡ ਮਹਿਸੂਸ ਕੀਤਾ ਹੈ ਜਦੋਂ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਭੈਣ ਜੀ ਸਤਿਆ ਮੈਮੀ ਜੀ, ਕਿਉਂਕਿ ਇਹ ਉਸ ਇੰਟਰਨੈਸ਼ਨਲ ਮਿਸ਼ਨ ਲੰਡਨ ਦੇ ਬਹੁਤ ਹੀ ਡੈਡੀਕੇਟਡ ਮੈਂਬਰ ਸਨ ਤੇ ਉਹਨਾਂ ਦੀ ਜੋ ਦੇਣ ਹੈ ਉਸ ਆਰਗੇਨਾਈਜੇਸ਼ਨ ਨੂੰ ਸਾਰੇ ਹੀ ਮੈਂਬਰਾਂ ਨੇ ਬੜੇ ਦੁਖੀ ਹਿਰਦੇ ਨਾਲ, ਖਾਸ ਕਰਕੇ ਸਾਡੇ ਆਦਰਣੀय ਸਾਥੀ ਸਤਪਾਲ ਮੰਮਨ ਜੀ ਉਹਨਾਂ ਨੇ ਬਹੁਤ ਹੀ ਮਹਿਸੂਸ ਕੀਤਾ ਹੈ ਇਹਨਾਂ ਦਾ ਜੋ ਵਿਛੋੜਾ ਹੈ ਤੇ ਸਾਰੇ ਪਰਿਵਾਰ ਨਾਲ ਤੇ ਸਾਡੇ ਮਿਸਟਰ ਸੁਰਿੰਦਰ ਮੈਮੀ ਜੀ ਨਾਲ ਸਾਰਿਆਂ ਨਾਲ ਉਹਨਾਂ ਨੇ ਆਪਣਾ ਦੁੱਖ ਜ਼ਾਹਰ ਕੀਤਾ ਹੈ ਤੇ ਸਾਰੇ ਮੈਂਬਰਾਂ ਵੱਲੋਂ ਇਹੀ ਪਰਿਵਾਰ ਨੂੰ ਕਿਹਾ ਗਿਆ ਹੈ ਕਿ ਬੁੱਧਾ ਧੰਮਾ ਸੰਘਾਂ ਦੀ ਅਨੁਸ਼ਾਸਨ ਦੇ ਨਾਲ ਅਨੁਕੰਮਾਂ ਦੇ ਨਾਲ ਸਾਰੇ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਿਆ ਹੋਵੇ। ਸਾਰਿਆਂ ਦੇ ਨਾਲ ਸਾਡਾ ਸਾਥ ਹੈ। ਤੋ ਜਿਸ ਤਰ੍ਹਾਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਲਈ ਜਾ ਰਹੇ ਹਾਂ, ਜਿਸ ਤਰ੍ਹਾਂ ਸੁਮਨ ਸਾਹਿਬ ਬੜੇ ਹੀ ਪਿਛਲੇ ਹਿੱਸੇ ਦੇ ਵਿੱਚ ਆਪਾਂ ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰ ਰਹੇ ਹਾਂ। ਪਿਛਲੀਆਂ 2 ਲੜੀਆਂ ਦੇ ਵਿੱਚ ਅਸੀਂ ਉਹਨਾਂ ਦੇ ਧੰਮ, ਅਧੰਮ, ਸਤ ਧੰਮ ਤੇ 4 ਆਰਿਆ ਸਤ ਜੋ ਪਿਛਲੇ ਵੀਕ ਅਸੀਂ 2 ਹਫ਼ਤੇ ਪਹਿਲੇ ਗੱਲ ਕੀਤੀ ਸੀ, 4 ਆਰਿਆ ਸਤ ਜੀ ਜੀ, ਜੋ ਕਿ ਤੁਸੀਂ ਦੱਸਿਆ ਹੈ ਕਿ ਜੀਵਨ ਦਾ ਨਿਚੋੜ ਹੈ ਤੇ ਤੁਸੀਂ ਬਹੁਤ ਹੀ ਅੱਛੀ ਤਰ੍ਹਾਂ ਸਾਨੂੰ ਦੱਸਿਆ ਸੀ ਕਿ 4 ਆਰਿਆ ਸਤ ਜਿਹੜੇ ਹਨ, ਦੁੱਖ ਦਾ ਕਾਰਨ, ਦੁੱਖ ਦਾ ਨਿਵਾਰਨ ਤੇ ਉਸ ਦੇ ਅੰਤ ਵਿੱਚ ਅਸੀਂ ਪਹੁੰਚੇ ਸਾਂ ਕਿ ਨਿਵਾਰਨ ਹੋਣ ਦਾ
ਕਿਸ ਤਰੀਕੇ ਨਾਲ ਨਿਵਾਰਨ ਹੋਏਗਾ ਤੇ ਮਿਡਲ ਪਾਥ ਜੋ ਹੈ ਜਿਸ ਨੂੰ ਅਸੀਂ ਨਿਵਾਰਨ ਦਾ ਰਸਤਾ ਮਿਡਲ ਪਾਥ ਤੇ ਕਿਸ ਤਰ੍ਹਾਂ ਅਸੀਂ ਚੱਲਣਾ ਹੈ ਤੇ ਉਹ ਅਸਲ ਵਿੱਚ ਉੱਥੋਂ ਸਾਡਾ ਜੋ ਟਾਈਮ ਜੋ ਖਤਮ ਹੋ ਗਿਆ ਸੀ ਤੇ ਅੱਜ ਅਸੀਂ ਉਸੇ ਚੀਜ਼ ਨੂੰ 4 ਆਰਿਆ ਸੱਤ ਦੀ ਥੋੜੀ ਪਰਿਭਾਸ਼ਾ ਦਿੰਦੇ ਹੋਏ ਕਿ ਸਾਡੇ ਨਵੇਂ ਦਰਸ਼ਕ ਵੀ ਜੁੜੇ ਹੋਣਗੇ ਤੇ ਉਸ ਨੂੰ ਜੋੜਦੇ ਹੋਏ ਤੁਸੀਂ ਉਸ ਵਿਸ਼ੇ ਤੇ ਆਪਾਂ ਪਹੁੰਚਣਾ ਹੈ ਤੇ ਅੱਜ ਸਾਡੇ ਦਰਸ਼ਕਾਂ ਨਾਲ ਉਸ ਦਾ ਅਸੀਂ ਸਾਂਝਾ ਪਾਉਣੀਆਂ ਹਨ। ਥੈਂਕ ਯੂ ਰੇਖਾ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਤੰਮਾ ਸਿਸਟਰ ਲੰਡਨ ਜੋ ਕਿ ਸਾਡੇ ਤੋਂ ਪਿਛਲੇ ਹਫਤੇ ਵਿਛੜ ਗਏ ਹਨ ਤੇ ਉਹਨਾਂ ਦੇ ਇਸ ਦੁੱਖ ਭਰੀ ਘੜੀ ਦੇ ਵਿੱਚ ਸਾਰੇ ਮੈਮੀ ਪਰਿਵਾਰ ਸਾਡੇ ਸੁਰਿੰਦਰ ਮੈਮੀ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਮੈਂ ਉਹਨਾਂ ਦੇ ਦੁੱਖ ਦੇ ਵਿੱਚ ਸਾਂਝ ਪਾਉਂਦਾ ਹੋਇਆ ਤੇ ਉਹਨਾਂ ਦੇ ਨਾਲ ਅਫਸੋਸ ਜ਼ਾਹਰ ਕਰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਤਥਾਗਤ ਬੁੱਧ ਧੰਮ ਸੰਘ ਦੀ ਅਨੁਕੰਪਾ ਦੇ ਨਾਲ ਉਹ ਸਾਡੀ ਤੰਮਾ ਸਿਸਟਰ may she lead on to the path to the ਨਿਵਾਨ by the power of her own ਕੁਸ਼ਲ ਕੰਮਾਂ ਕਿ ਉਹ ਨਿਵਾਨ ਦੇ ਪੰਧੀ ਬਣ ਤੇ ਉਹਨਾਂ ਦੇ ਪਰਿਵਾਰ ਨੂੰ ਤਥਾਗਤ ਭਗਵਾਨ ਬੁੱਧ ਦੀ ਅਨੁਕੰਪਾ ਦੇ ਨਾਲ ਇੱਕ ਬਹੁਤ ਹੌਸਲਾ ਮਿਲੇ ਕਿ ਇਸ ਦੁੱਖ ਭਰੀ ਘੜੀ ਦੇ ਵਿੱਚੋਂ ਗੁਜ਼ਰਨ ਦਾ। ਤੇ ਅਸੀਂ ਮੈਂ ਆਪਣੇ ਸੁਮਨ ਪਰਿਵਾਰ ਵੱਲੋਂ ਮੇਰੇ ਵੱਲੋਂ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ ਅਸੀਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਅਫਸੋਸ ਜ਼ਾਹਰ ਕਰਦੇ ਹਾਂ। ਵੀ ਪੇ ਆਵਰ ਹਾਰਟਫੈਲਟ ਟ੍ਰਿਬਿਊਟਸ ਟੂ ਆਵਰ ਧੰਮਾ ਸਿਸਟਰ may she lead on to the path to the nivan with the power of her own kushal kamma and may the family find the strength to come with the terms in very difficult times ਤੇ ਉਹਨਾਂ ਵਾਸਤੇ ਅਸੀਂ ਕਾਮਨਾ ਕਰਦੇ ਹਾਂ। ਤੇ ਨਾਲ ਹੀ ਨਾਲ ਅੱਜ ਤੁਸੀਂ ਦੱਸਿਆ ਕਿ ਜਿੱਦਾਂ ਆਪਾਂ ਆਪਣੇ ਮਦਰ ਡੇ ਦੀ ਗੱਲ ਕਰਦੇ ਹਾਂ ਮੈਂ ਇੱਥੇ ਥੋੜ੍ਹੇ ਮਿੰਟਾਂ ਦੇ ਵਿੱਚ ਜਿਹੜਾ ਤਥਾਗਤ ਭਗਵਾਨ ਬੁੱਧ ਕੀ ਸਾਨੂੰ ਦੱਸਦੇ ਹਨ ਕਿ ਮਾਤਾ ਪਿਤਾ ਦੀ ਕਿੰਨੀ ਇੰਪੋਰਟੈਂਸ ਹੈ ਬਹੁਤ ਹੀ ਜ਼ਰੂਰੀ ਹੈ। ਤੇ ਇੱਕ ਵਾਰੀ ਫੇਰ ਸਾਰੀਆਂ ਦੁਨੀਆ ਭਰ ਦੀਆਂ ਮਾਵਾਂ ਨੂੰ ਕੋਟੀ ਨਮਨ ਤੇ ਉਹਨਾਂ ਨੂੰ ਹੈਪੀ ਮਦਰ ਡੇ। ਤੇ ਇਹ ਜਿਹੜਾ ਮੈਂ ਤੁਹਾਡੇ ਨਾਲ ਇੱਕ ਸੁੱਤ ਸਾਂਝਾ ਕਰ ਗਿਆ ਨਾ ਇਹ 30 ਪਿਟਕਾ ਦੇ ਵਿੱਚ ਜਿਹੜਾ ਸੁੱਤ ਪਿਟਿਕਾ ਦੇ ਵਿੱਚ ਅੰਗੁੱਤਰ ਨਿਕਾਏ ਦੇ ਵਿੱਚ ਆ ਸਭ ਬ੍ਰਹਮ ਸੁਕਤ ਉਹਦੇ ਵਿੱਚ ਦੇਖਾ ਜੀ ਤਥਾਗਤ ਭਗਵਾਨ ਬੁੱਧ ਆਪਣੀ ਕਰੁਣਾਮਈ ਬਾਣੀ ਨਾਲ ਮਾਤਾ ਪਿਤਾ ਦੀ ਜਿਹੜੀ ਸ੍ਰੇਸ਼ਟਤਾ ਆ ਉਹਦੇ ਬਾਰੇ ਉਪਦੇਸ਼ ਦਿੰਦੇ ਹਨ ਕਿ ਮਾਤਾ ਪਿਤਾ ਦੀ ਸੇਵਾ ਬੰਧਨਾਂ ਤੋਂ ਉੱਪਰ ਕੁਝ ਵੀ ਨਹੀਂ ਹੈ। ਜਿਨ੍ਹਾਂ ਕੁਲਾਂ ਦੇ ਬੱਚੇ ਮਾਤਾ ਪਿਤਾ ਦੀ ਘਰ ਵਿੱਚ ਪੂਜਾ ਬੰਧਨਾ ਕਰਦੇ ਹਨ ਉਹਨਾਂ ਕੁਲਾਂ ਵਿੱਚ ਜਿਹੜੇ ਆਚਾਰੀਆ ਵਾਸ ਕਰਦੇ ਹਨ। ਜਿਨ੍ਹਾਂ ਕੁਲਾਂ ਦੇ ਪੁੱਤਰ ਬੱਚੇ ਮਾਤਾ ਪਿਤਾ ਦੀ ਘਰ ਵਿੱਚ ਪੂਜਾ ਬੰਧਨਾ ਕਰਦੇ ਹਨ ਉਹ ਕੁਲ ਜਿਹੜੇ ਆ ਉਹ ਦਾਨ ਦੇਣ ਦੇ ਯੋਗ ਹਨ। ਤੇ ਉਹਦੇ ਨਾਲ ਹੀ ਨਾਲ ਤਥਾਗਤ ਭਗਵਾਨ ਬੁੱਧ ਸਾਨੂੰ ਸਮਝਾਉਂਦੇ ਹਨ ਤਥਾਗਤ ਭਗਵਾਨ ਬੁੱਧ ਉਪਦੇਸ਼ ਦਿੰਦੇ ਹਨ ਕਿ ਮਾਤਾ ਪਿਤਾ ਹੀ ਬ੍ਰਹਮ ਹਨ। ਮਾਤਾ ਪਿਤਾ ਹੀ ਸਾਡੇ ਬ੍ਰਹਮਾ ਹਨ ਉਹੀ ਸਾਡੇ ਗੁਰੂ ਹਨ। ਉਹਨਾਂ ਦੇ ਸਾਡੇ ਗੁਰੂਆਂ ਦੇ ਦਰਸ਼ਨ ਜਿਹੜੇ ਆ ਉਹਨਾਂ ਦੇ ਮਾਤਾ ਪਿਤਾ ਤੋਂ ਹੀ ਹੁੰਦੇ ਹਨ। ਅਗਰ ਕੋਈ ਦਾਨ ਦੇਣ ਦੇ ਯੋਗ ਹੈ ਉਹ ਵੀ ਮਾਤਾ ਪਿਤਾ ਹੀ ਹੈ। ਹੇ ਭਿਖੂਓ ਮਾਤਾ ਪਿਤਾ ਦਾ ਆਪਣੀ ਸੰਤਾਨ ਉੱਤੇ ਬਹੁਤ ਉਪਕਾਰ ਹੁੰਦਾ ਹੈ। ਮਾਤਾ ਪਿਤਾ ਹੀ ਪਾਲਣ ਪੋਸ਼ਣ ਕਰਨ ਵਾਲੇ ਹਨ ਸਾਨੂੰ ਇਸ ਦੁਨੀਆ ਦੇ ਵਿੱਚ ਲਿਆਉਣ ਵਾਲੇ ਹਨ ਸਾਨੂੰ ਚੰਗੀ ਸਿੱਖਿਆ ਦਿੰਦੇ ਹਨ ਸਾਨੂੰ ਚੰਗੇ ਸੰਸਕਾਰ ਦਿੰਦੇ ਹਨ ਸਾਨੂੰ ਰੁਜ਼ਗਾਰ ਦੇ ਕਾਬਲ ਬਣਾਉਂਦੇ ਹਨ ਤੇ ਸਾਨੂੰ ਆਪਣੀ ਵਿਰਾਸਤ ਦੇ ਯੋਗ ਬਣਾਉਂਦੇ ਹਨ। ਤੇ ਜਦੋਂ ਰਾਈਟ ਸਮਾਂ ਆਉਂਦਾ ਹੈ ਤੇ ਉਸ ਤੋਂ ਮੈਚ ਲੱਭ ਕੇ ਸਾਡੇ ਬੱਚਿਆਂ ਦੀਆਂ ਸ਼ਾਦੀਆਂ ਕਰਵਾਉਂਦੇ ਹਨ। ਤੇ ਉਹਦੇ ਵਿੱਚ ਮੈਂ ਇਹ ਜਿਹੜੇ ਤਥਾਗਤ ਬੁੱਧ ਨੇ ਆਪਣੀ ਬਾਣੀ ਦੇ ਵਿੱਚ ਜਿਹੜਾ ਸਬ੍ਰਹਮਕ ਸੁੱਤ ਦੇ ਵਿੱਚ ਬਾਣੀ ਰਾਹੀਂ ਸਾਨੂੰ ਕੀ ਸਮਝਾਉਂਦੇ ਹਨ ਮੈਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗਾ। ਬ੍ਰਹਮਤੀ ਮਾਤਾ ਪਿਤਰੋ ਪੁੱਬ ਅਚਰਿਆਤੀ ਬੁਚਰੇ। ਇਹਦਾ ਮਤਲਬ ਹੈ ਮਾਤਾ ਪਿਤਾ ਹੀ ਸਾਡੇ ਬ੍ਰਹਮਾ ਹਨ ਮਾਤਾ ਪਿਤਾ ਹੀ ਸਾਡੇ ਪੂਰਵ ਆਚਾਰੀਆ ਹਨ ਸਾਡੇ ਗੁਰੂ ਹਨ। ਆਹੁਨਯਚ ਪੁੱਤਾਨੰ ਪਜਾਏ ਅਨੁਕੰਪਾ। ਇਹਦਾ ਮਤਲਬ ਹੈ ਰੇਖਾ ਜੀ ਹੇ ਭਿਖੂਓ ਮਾਤਾ ਪਿਤਾ ਹੀ ਦਾਨ ਦੇਣ ਦੇ ਯੋਗ ਹਨ। ਮਾਤਾ ਪਿਤਾ ਆਪਣੀ ਸੰਤਾਨ ਉੱਪਰ ਬਹੁਤ ਅਨੁਕੰਪਾ ਕਰਦੇ ਹਨ ਬਹੁਤ ਉਪਕਾਰ ਕਰਦੇ ਹਨ। ਸਾਡੀਆਂ ਮਾਵਾਂ ਸਾਡੇ ਪਿਤਾ ਸਾਡੇ ਉੱਤੇ ਬਹੁਤ ਉਹਨਾਂ ਦੇ ਅਹਿਸਾਨ ਹਨ। ਤੇ ਜਿੱਦਾਂ ਮੈਂ ਇੱਥੇ ਕਈ ਵਾਰੀ ਗੱਲ ਕਰਦਾ ਨਾ ਸਭ ਤੋਂ ਪਹਿਲਾਂ ਜਦੋਂ ਨਾਂ ਲੈਣਾ ਸਿੱਖਿਆ ਤੇ ਸਭ ਤੋਂ ਪਹਿਲਾਂ ਬੱਚਾ ਮਾਂ ਕਹਿਣਾ ਸਿੱਖਿਆ। ਅੱਜ ਮਾਂ ਦਾ ਦਿਨ ਆ ਤੇ ਜਿਹੜੇ ਬੱਚੇ ਆ ਇਹ ਬੱਚੇ ਜਦੋਂ ਜਨਮ ਲੈਂਦਾ ਹੈ ਤੇ ਉਹਨਾਂ ਦੇ ਪਹਿਲੇ ਗੁਰੂ ਜਿਹੜੇ ਆ ਉਹਨਾਂ ਦੀ ਮਾਤਾ ਹੁੰਦੀ ਆ ਉਹਨਾਂ ਦੀ ਮਾਂ ਹੁੰਦੀ ਆ। ਅੱਗੇ ਕੀ ਕਹਿੰਦੇ ਆ ਤਸਮਾਹੀਨ ਨਮਸਈ ਸਕਰੀਏ ਚ ਪੰਡਿਤੋ। ਇਸ ਕਰਕੇ ਬੁੱਧੀਮਾਨ ਜਿਹੜੀ ਸੰਤਾਨ ਹੈ ਜਿਹੜੇ ਅੱਛੇ ਬੱਚੇ ਆ ਉਹਨਾਂ ਨੂੰ ਚਾਹੀਦਾ ਹੈ
ਕਿ ਆਪਣੇ ਮਾਤਾ ਪਿਤਾ ਨੂੰ ਨਮਸਕਾਰ ਬੰਦਨਾ ਕਰਨ। ਮਾਤਾ ਪਿਤਾ ਹੀ ਸਾਡੇ ਗਿਆਨੀ ਪੰਡਤ ਹਨ, ਉਹ ਹੀ ਸਾਡੇ ਗੁਰੂ ਹਨ। ਅਨੇਨ ਅਥ ਪਾਨੇਨ ਬੱਥੇਨ ਸੈਨੇਨ ਚ। ਆਪਣੇ ਮਾਤਾ ਪਿਤਾ ਨੂੰ ਭੋਜਨ ਪਾਣੀ ਦਾ, ਉਹਨਾਂ ਦੇ ਵਸਤਰਾਂ ਵਾਸਤੇ, ਉਹਨਾਂ ਦੇ ਸੁੱਖ ਆਰਾਮ ਵਾਸਤੇ ਸਾਨੂੰ ਉਹਨਾਂ ਵਾਸਤੇ ਸੁਵਿਧਾਵਾਂ ਪੈਦਾ ਕਰਨੀਆਂ ਚਾਹੀਦੀਆਂ। ਇਹ ਸੁਵਿਧਾਵਾਂ ਪੈਦਾ ਕਰਕੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਉਸ਼ਾਦਨੇਨ ਨਹਾਪਨੇਨ ਪਾਦਾਨੰ ਧੋਬਦੇਨ ਚ। ਇੱਥੇ ਸਿੱਖਾ ਜੀ ਤਥਾਗਤ ਭਗਵਾਨ ਬੁੱਧ ਸਾਨੂੰ ਸਿੱਖਿਆ ਦਿੰਦੇ ਹਨ। ਆਪਣੇ ਮਾਤਾ ਪਿਤਾ ਦਾ ਜਦੋਂ ਬਜ਼ੁਰਗ ਹੁੰਦੇ ਹਨ, ਉਹਨਾਂ ਦੀ ਸੰਤਾਨ ਨੂੰ ਚਾਹੀਦਾ ਕਿ ਉਹਨਾਂ ਦੀ ਸੇਵਾ ਕਰਨੀ, ਉਹਨਾਂ ਨੂੰ ਨਲਾਉਣਾ, ਉਹਨਾਂ ਦੀ ਮਾਲਿਸ਼ ਕਰਨਾ ਅਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਬਜ਼ੁਰਗਾਂ ਦੀ ਜਿੱਦਾਂ ਕਿ ਆਪਣੇ ਜਿਹੜਾ ਮਹਾਮੰਗਲ ਸੁੱਤ ਹੈ, ਉਹਦੇ ਵਿੱਚ ਕਹਿੰਦੇ ਹਨ ਕਿ ਮਾਤਾ ਪਿਤੂ ਉਪਠਾਨੰ ਪੁੱਤ ਦਾ ਰਸ ਸੰਗ ਹੋ, ਅਨਾਕੁਲਾ ਚਿਕਮੰਤਾ ਏ ਤੰਗ ਮੰਗਲ ਮੁੱਤ ਮੰਗ। ਕਿ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਬੱਚਿਆਂ ਨੂੰ, ਅਤੇ ਆਪਣੇ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਅਤੇ ਨਾਲ ਨਾਲ ਸਾਨੂੰ ਇਹ ਕਹਿੰਦੇ ਆ ਅਨਾਕੁਲਾ ਚਿਕਮੰਤਾ ਏ ਤੰਗ ਮੰਗਲ ਮੁੱਤ ਮੰਗ, ਕਿ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਮਾਤਾ ਪਿਤਾ ਨੂੰ ਕੋਈ ਲਾਮਾ ਆਵੇ। ਦਿਸ ਇਜ਼ ਦਾ ਹਾਈਐਸਟ ਬਲੈਸਿੰਗ ਆਫ ਦ ਲੋਰਡ ਬੁੱਧਾ। ਅਤੇ ਉਹਦੇ ਵਿੱਚ ਅਗਲੀ ਗਾਥਾ ਦੇ ਵਿੱਚ ਕਹਿੰਦੇ ਆ ਤਾਯਾਨੰ ਪਰਿਚਰਿਆਏ ਮਾਤਾ ਪਤਿਸੂ ਪੰਡਿਤਾ ਈ ਦੇਵਨੰ ਪਸਸਤੀ ਪੇਚ ਸੱਗੇ ਪ੍ਰਮੋਦਤੀ ਤੀ। ਇਹਦਾ ਮਤਲਬ ਹੈ ਕਿ ਜਿਹੜੀ ਸੰਤਾਨ ਸਿਆਣੇ ਬਣ ਕੇ ਆਪਣੇ ਮਾਤਾ ਪਿਤਾ ਨੂੰ ਸੰਤੁਸ਼ਟ ਕਰਦੇ ਹਨ, ਉਹਨਾਂ ਦੀ ਸੇਵਾ ਕਰਦੇ ਹਨ, ਉਹਨਾਂ ਦੀ ਜੀਵਨ ਕਾਲ ਦੇ ਵਿੱਚ ਵੀ ਪ੍ਰਸ਼ੰਸਾ ਹੁੰਦੀ ਹੈ, ਮੌਤ ਤੋਂ ਬਾਅਦ ਵੀ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਹੈ, ਅਤੇ ਮੌਤ ਵੇਲੇ ਵੀ ਉਹ ਆਨੰਦਿਤ ਹੁੰਦੇ ਹਨ। ਅਤੇ ਇਹ ਆ ਕਿ ਉਹਨਾਂ ਨੇ ਤਥਾਗਤ ਬੁੱਧ ਨੇ ਦੇਖੋ ਕਿੰਨੀ ਸੋਹਣੀ ਆਪਾਂ ਨੂੰ ਸਿੱਖਿਆ ਦਿੱਤੀ ਹੈ ਕਿ ਮਾਤਾ ਪਿਤਾ ਦੀ ਸੇਵਾ, ਕਿ ਜਿੱਦਾਂ ਗਾਣਾ ਸੁਣਿਆ ਆ ਕਿ ਉਹ ਮਾਤਾ ਦਾ ਕਿੰਨਾ ਕਰਜ਼ਾ ਸਾਡੇ 'ਤੇ, ਅਤੇ ਉਹ ਕਦੇ ਆਪਾਂ ਭੁੱਲ ਨਹੀਂ ਸਕਦੇ। ਅਤੇ ਇਸੇ ਤਰ੍ਹਾਂ ਮਾਤਾ ਦੀ ਪਿਤਾ ਦੀ ਦੋਨਾਂ ਨੂੰ ਸਾਡੀ ਤਥਾਗਤ ਬੁੱਧ ਕਹਿੰਦੇ ਆ ਕਿ ਸਾਨੂੰ ਪੂਜਾ ਕਰਨੀ ਚਾਹੀਦੀ ਆ, ਉਹਨਾਂ ਦੀ ਸੇਵਾ ਕਰਨੀ ਚਾਹੀਦੀ। ਇੱਥੇ ਮੈਂ ਇੱਕ ਛੋਟੀ ਜਿਹੀ ਕਵਿਤਾ ਜਿਹੜੀ ਆ ਅੱਜ ਦੇ ਦਿਨ ਤੇ ਸੁਮਨ ਸਾਹਿਬ ਇਹੀ ਪੁਆਇੰਟ ਵੱਲ ਨੂੰ ਆਉਣ ਲੱਗੀ ਸੀਗੀ ਕਿ ਜਿਸ ਤਰ੍ਹਾਂ ਤੁਸੀਂ ਅੱਜ ਦੇਖੋ ਤਥਾਗਤ ਬੁੱਧ 2500 ਸਾਲ ਪਹਿਲੇ ਸਾਨੂੰ ਮਾਤਾ ਪਿਤਾ ਦਾ ਵੈਲਿਊ ਦੱਸ ਗਏ ਆ ਕਿ ਮਾਤਾ ਤੇ ਪਿਤਾ ਦਾ ਸਾਡੀ ਜ਼ਿੰਦਗੀ 'ਚ ਕੀ ਰੋਲ ਆ ਤੇ ਸਾਨੂੰ ਕੀ ਅਦਾ ਕਰਨਾ ਚਾਹੀਦਾ। ਤੇ ਹਮੇਸ਼ਾ ਤੁਸੀਂ ਬਹੁਤ ਜਦੋਂ ਖਾਸ ਮੌਕੇ ਆਉਂਦੇ ਹਨ ਤੇ ਤੁਸੀਂ ਕਵਿਤਾ ਦੇ ਰੂਪ ਵਿੱਚ ਜ਼ਰੂਰ ਕੁਛ ਨਾ ਕੁਛ ਖਾਸ ਕਰਕੇ ਮਾਤਾ ਦੇ ਨਾਲ, ਕਿਉਂਕਿ ਮੈਂ ਤੁਹਾਨੂੰ ਖੁਦ ਵੀ ਦੇਖਿਆ ਹੈ ਕਿ ਤੁਸੀਂ ਆਪਣੇ ਮਾਤਾ ਜੀ ਦੇ ਨਾਲ ਕਿੰਨਾ ਤੁਹਾਡਾ ਡੂੰਘਾ ਰਿਸ਼ਤਾ ਹੈ ਤੇ ਤੁਹਾਡਾ ਉਹਨਾਂ ਦੇ ਨਾਲ ਵਿਵਹਾਰ, ਉਹਨਾਂ ਦੇ ਨਾਲ ਰਹਿਣਾ ਤੇ ਉਹਨਾਂ ਦਾ ਤੁਹਾਡੇ ਪ੍ਰਤੀ ਪਿਆਰ, ਉਸ ਨੂੰ ਮੈਂ ਆਪਣੇ ਅੱਖੀ ਦੇਖਿਆ ਹੈ। ਤੇ ਅੱਜ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੇ ਮਾਤਾ ਜੀ ਨੂੰ ਵੀ ਯਾਦ ਕਰੋ। ਤੇ ਇਹ ਲਾਈਨਾਂ ਜਿਹੜੀਆਂ ਨਾ ਕਿਸੇ ਲਿਖਾਰੀ ਬ੍ਰੈਚ ਨੇ ਲਿਖੀਆਂ ਆ, ਤੇ ਬਹੁਤ ਹੀ ਅੱਜ ਦੇ ਦਿਨ ਤੇ ਟੁਕਦੀਆਂ ਨੇ, ਤੇ ਉਹ ਆਪਣੀ ਮਾਤਾ ਨੂੰ ਯਾਦ ਕਰਦਾ ਹੈ ਕਿ ਸਾਡੀ ਕਾਮਨਾ ਹੈ ਕਿ ਤਥਾਗਤ ਬੁੱਧ ਧੰਮ ਸੰਘ ਦੀ ਅਨੁਕੰਪਾ ਦੇ ਨਾਲ ਸਾਰਿਆਂ ਉੱਪਰ ਆਪਣੇ ਮਾਵਾਂ ਦਾ ਜਿਹੜਾ ਛਾਇਆ ਬਣਿਆ ਰਵੇ, ਤੇ ਜਿਨ੍ਹਾਂ ਦੀਆਂ ਮਾਵਾਂ ਸਾਤੋਂ ਵਿਛੜ ਗਈਆਂ ਆ, ਉਹ ਜਿੱਥੇ ਵੀ ਉਹਨਾਂ ਦੇ ਜੀਵਕਾਂ ਨੇ ਉਹਨਾਂ ਨੂੰ ਸ਼ਾਂਤੀ ਮਿਲੇ। ਤੇ ਇਹ ਕਵਿਤਾ ਦੇ ਵਿੱਚ ਲਿਖਦੇ ਆ, ਬੇਸ਼ੱਕ ਬਹੁਤ ਗਰੀਬੀ ਹੋਵੇ ਘਰ ਵਿੱਚ, ਬੇਸ਼ੱਕ ਬਹੁਤ ਗਰੀਬੀ ਹੋਵੇ ਘਰ ਵਿੱਚ, ਫਿਰ ਵੀ ਰਾਜਾ ਪੁੱਤ ਕਹਿ ਅੰਬਰੀ ਬਿਠਾ ਦਿੰਦੀ ਹੈ ਮਾਂ, ਮਹਿਸੂਸ ਨਾ ਹੋਣ ਦਿੰਦੀ ਕਦੇ ਤੰਗੀ, ਮਹਿਸੂਸ ਨਾ ਹੋਣ ਦਿੰਦੀ ਕਦੇ ਤੰਗੀ, ਟਾਕੀ ਸੂਟ ਦੀ ਚੁੰਨੀ ਦੇ ਹੇਠ ਲੁਕਾ ਦਿੰਦੀ ਹੈ ਮੈਂ, ਕਿ ਮੇਰੇ ਬੱਚਿਆਂ ਨੂੰ ਨਾ ਪਤਾ ਲੱਗੇ। ਖਿਡੌਣਾ ਮੰਗਿਆ ਸੀ ਜਦੋਂ ਕਦੇ ਵੀ, ਖਿਡੌਣਾ ਮੰਗਿਆ ਵੀ ਜਦੋਂ ਵੀ, ਖੁਦੋਂ ਚੁੰਨੀ ਦੀ ਝੱਟ ਬਣਾ ਦਿੰਦੀ ਹੈ ਮਾਂ। ਟੁੱਟ ਜਾਂਦੀ ਸੀ ਜਦੋਂ ਟੁੱਟ ਜਾਂਦੀ ਹੈ ਜਦੋਂ ਕਦੇ ਹਾਰ ਹੰਭ ਕੇ, ਟੁੱਟ ਜਾਂਦੀ ਹੈ ਜਦੋਂ ਕਦੇ ਹਾਰ ਹੰਭ ਕੇ, ਧੂਏ ਦੇ ਪੱਜ ਹੰਝੂ ਬਹਾ ਦਿੰਦੀ ਹੈ ਮਾਂ। ਪਤਾ ਨਹੀਂ ਲੱਗਣ ਦਿੰਦੀ ਕਿ ਮੇਰੇ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਮੈਂ ਥੱਕੀ ਹਾਂ ਜਾਂ ਮੈਂ ਹਾਰੀ ਹਾਂ ਜਾਂ ਕਿੱਦਾਂ ਆ। ਐਸੀ ਕਹਾਣੀ ਸੁਣਾਉਂਦੀ ਹੈ ਸਵਾਉਣ ਲੱਗਿਆਂ। ਔਰ ਇਹਨੂੰ ਆਪਾਂ ਪਾਸ ਦੇ ਵਿੱਚ ਵੀ ਲੈ ਜਾਈਏ, ਜਿਨ੍ਹਾਂ ਦੀਆਂ ਮਾਵਾਂ ਸਾਡੇ ਕੋਲ ਉਹਨਾਂ ਕੋਲ ਵਿਛੜ ਗਈਆਂ ਆ। ਐਸੀ ਕਹਾਣੀ ਸੁਣਾਉਂਦੀ ਸੀ ਸਵਾਉਣ ਲੱਗਿਆਂ, ਜੰਝ ਪਰੀਆਂ ਦੇ ਦੇਸ਼ ਪਹੁੰਚਾ ਦਿੰਦੀ ਸੀ ਮਾਂ। ਤੁਹਾਨੂੰ ਵੀ ਯਾਦ ਹੋਣਗੇ ਕਿ ਜਦੋਂ ਬਾਤਾਂ ਸੁਣਾਉਂਦੇ ਹੁੰਦੇ ਸੀ, ਬਹੁਤ ਬਰਕਤ ਸੀ
ਹੈ ਮੇਰੀ ਮਾਂ ਦੇ ਹੱਥਾਂ ਦੇ ਵਿੱਚ, ਬਹੁਤ ਬਰਕਤ ਹੈ ਮੇਰੀ ਮਾਂ ਦੇ ਹੱਥਾਂ ਦੇ ਵਿੱਚ। ਰੋਟੀ ਥੋੜੀ ਵੀ ਹੋਵੇ ਘਰ ਵਿੱਚ, ਪਰ ਪਿਆਰ ਦੇ ਨਾਲ ਰਜਾ ਦਿੰਦੀ ਹੈ ਮਾਂ। ਬਹੁਤ ਇਹ ਮਾਂ ਦਾ ਪਿਆਰ ਹੈ। ਬਿਲਕੁਲ ਸੁਮਨ ਸਾਹਿਬ, ਤੇ- ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਇੱਕ ਮਾਂ ਦਾ ਪਿਆਰ ਜੋ ਹੈ ਸਾਨੂੰ ਸਾਂਝਾ ਕੀਤਾ ਆਪਣੀ ਕਵਿਤਾ ਦੇ ਰੂਪ ਦੇ ਵਿੱਚ, ਤੇ ਕਿ ਇੱਕ ਮਾਂ ਦਾ ਅਸਲ ਰੂਪ ਹੈਗੀ ਆ। ਜੀ ਜੀ। ਤੇ ਬਹੁਤ ਹੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਸਾਰੀਆਂ ਮਾਵਾਂ ਨੂੰ ਉਹਨਾਂ ਦੇ ਬਹੁਤ ਮਦਰਸ ਡੇ ਤੇ ਇੱਕ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਸਾਰੇ ਬੱਚਿਆਂ ਨੂੰ ਕਿ ਇੱਕ ਮਾਂ ਦਾ ਜੋ ਕਿਰਦਾਰ ਹੈ ਕਿਸ ਤਰ੍ਹਾਂ ਦਾ ਉਹ ਹੈ। ਕਦੇ ਵੀ ਤੁਹਾਨੂੰ ਕਿਸੇ ਚੀਜ਼ ਤੋਂ ਮਤਲਬ ਕਦੇ ਵੀ ਵਾਂਝਾ ਨਹੀਂ ਰੱਖਦੀ। ਇੱਦਾਂ ਵੀ ਮਰਜ਼ੀ ਹੋ ਜਾਵੇ, ਤੁਹਾਨੂੰ ਪੂਰਾ ਪ੍ਰਬੰਧ ਕਰਦੀ ਹੈ ਕਿ ਮੇਰੇ ਬੱਚੇ ਨੂੰ ਜਿਹੜੀ ਚੀਜ਼ ਚਾਹੀਦੀ ਉਹ ਮਿਲ ਜਾਵੇ। ਤੇ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਮਾਵਾਂ ਦਾ ਇਕੱਲੇ ਅੱਜ ਹੀ ਨਹੀਂ, ਹਮੇਸ਼ਾ ਉਹਨਾਂ ਦਾ ਖਿਆਲ ਰੱਖੋ। not only for today, like give them a card and flowers. Every day you must look after your parents. ਮਾਂ ਨੂੰ ਮਾਂ ਦਾ ਦਰਜਾ ਜਿਹੜਾ ਹੈ, they are the creator, they are the who brought us in this world, and they give us a good education. They brought us up right way, and they, when the right time come, they find the match, they get you married, and they make you capable for their heritage. ਤਾਂ ਅੱਜ ਸਾਡਾ ਫਰਜ਼ ਬਣਦਾ not only one day, every day look after your parents. ਤੇ ਹੁਣ ਆਪਾਂ ਗੱਲ ਆਉਂਦੇ ਆ ਕਿ ਜਿਹੜਾ ਅਰੀਏ ਸੱਤ ਤੇ, ਕਿਉਂਕਿ ਇਹ ਜਿਹੜਾ ਦੁੱਖ ਸੁੱਖ ਇਹ ਸਾਡੇ ਆਪਣੇ ਹੱਥ ਦੇ ਵਿੱਚ ਹੈ। ਤਥਾਗਤ ਬੁੱਧ ਨੇ ਕਿਹਾ ਹੈ ਕਿ there is a suffering, but there is a cause of suffering. when you find the cause of suffering, ਜੋ ਤੁਹਾਨੂੰ suffering ਦਾ ਕਾਰਨ ਪਤਾ ਲੱਗ ਜਾਂਦਾ, then you find the remedy of how to seize that suffering. ਤੇ ਉਹ ਜਿਹੜੀ ਰੈਮੇਡੀ ਦੀ ਗੱਲ ਕਰਦੇ ਆ, ਉਹ ਚੌਥਾ ਆਰੀਆ ਸੱਤ ਆ, ਉਹ ਮਾਰ ਗਿਆ। ਦੁੱਖ ਨਿਰੋਧ ਗਾਵਿਨੀ ਪਤੀ ਪਦਾ ਆਰੀਆ ਸੱਚ। The path leading to the seize the suffering, the noble eightfold path. We can call it the middle path as well, madhyam marg. The Buddha advised his followers to follow this middle path so as to avoid the extreme of sensual pleasures or self-mortification. ਆਪਣੇ ਆਪ ਨੂੰ ਇੰਨਾ ਵੀ ਨਾ ਸਰੀਰ ਨੂੰ ਤੰਗ ਕਰੋ ਤੇ ਨਾ ਹੀ ਆਪਣੇ ਆਪ ਨੂੰ ਕਾਮ ਵਾਸ਼ਨਾ ਦੇ ਵਿੱਚ ਇੰਨੇ ਉਲਝ ਜਾਵੋ। ਤੇ ਉਹਨਾਂ ਨੇ ਸਾਨੂੰ ਮੱਧਮ ਮਾਰਗ ਦਿੱਤਾ ਹੈ। ਮੱਧਮ ਮਾਰਗ ਦਾ ਉਹਨੂੰ ਕਹਿੰਦੇ ਅਸ਼ਟੰਗਿਕ ਮਾਰਗ। ਅਠੰਗਿਕ ਉਹਨੂੰ ਪਾਲੀ ਦੇ ਵਿੱਚ ਅਠੰਗਿਕ ਅੱਠ ਹਿੱਸੇ ਹਨ। ਤੇ ਉਹਦੇ ਨਾਲ ਜਦੋਂ ਅਸੀਂ ਉਹਨੂੰ ਮਾਰਗ ਉੱਤੇ ਚੱਲਦੇ ਹਾਂ ਤੇ ਆਪਣਾ ਜੀਵਨ ਵੀ ਸੁਖੀ ਬਣਾ ਸਕਦੇ ਹਾਂ ਤੇ ਦੂਸਰਿਆਂ ਦਾ ਜੀਵਨ ਵੀ ਸੁਖੀ ਬਣਾ ਸਕਦੇ ਹਾਂ। ਇਹ ਜੋ ਮਾਰਗ ਹੈ ਰੇਖਾ ਜੀ, ਇਹ ਸਿਰਫ ਬੌਧਾਂ ਵਾਸਤੇ ਨਹੀਂ, ਨਾਟ ਓਨਲੀ ਫॉर ਬੁੱਧਿਸਟ, ਹਰ ਮਨੁੱਖ ਵਾਸਤੇ ਹੈ। ਬੇਸ਼ੱਕ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰੱਖਦਾ ਹੋਵੇ, ਤਥਾਗਤ ਬੁੱਧ ਦਾ ਅਸ਼ਟੰਗਿਕ ਮਾਰਗ ਜਿਹੜਾ ਆ ਉਹ ਹਰ ਇੱਕ ਵਾਸਤੇ ਹੈ। ਅਗਰ ਮੈਂ ਇਹ ਹਮੇਸ਼ਾ ਕਹਿੰਦਾ ਹੁੰਦਾ ਕਿ ਦਵਾਈ ਹੈ। ਜੋ ਕੋਈ ਬਿਮਾਰ ਹੈ ਤੇ ਇਹ ਜਿਹੜੀ ਦਵਾਈ ਖਾ ਕੇ ਪ੍ਰਯੋਗ ਕਰਕੇ ਆਪਣੇ ਦੁੱਖ ਨੂੰ ਦੂਰ ਕਰ ਸਕਦਾ ਹੈ। ਤੇ eightfold path can be compared to a road map. Just as a traveler will need a map to lead him to his destination, we all need the noble eightfold path which lead us to the Nibbana, ultimate happiness. The final goal of human life, ultimate happiness, to attain the final path to be developed by devotees. ਉਹਦੇ ਵਿੱਚ ਤਿੰਨ ਹਿੱਸਿਆਂ ਦੇ ਵਿੱਚ ਵੰਡ ਹੋਇਆ ਹੈ। ਸ਼ੀਲ ਮੋਰੈਲਿਟੀ, ਦੂਸਰਾ ਸਮਾਧੀ ਦ ਮੈਂਟਲ ਕਲਚਰ ਮੈਡੀਟੇਸ਼ਨ, ਪੰਨਿਆ ਇੰਗਲਿਸ਼ ਦੇ ਵਿੱਚ ਪੰਨਾ ਵਿਜ਼ਡਮ। ਤੇ ਇਹ ਜੋ ਅਸ਼ਟੰਗਿਕ ਮਾਰਗ ਹੈ, ਇਹ ਤਿੰਨਾਂ ਕੈਟਾਗਰੀਆਂ ਦੇ ਵਿੱਚ ਅੱਠ ਇਹਨਾਂ ਦੇ ਵਿੱਚ 8 ਜਿਹੜੀਆਂ ਸਿੱਖਿਆਵਾਂ ਆ ਤਥਾਗਤ ਬੁੱਧ ਦੀਆਂ ਸਮਾਈਆਂ ਹੋਈਆਂ ਹਨ। ਪਹਿਲਾ ਹੈ ਸੰਮਾ ਦਿਠੀ, ਰਾਈਟ ਅੰਡਰਸਟੈਂਡਿੰਗ, ਸਹੀ ਸਮਝ। ਸੰਮਾ ਵਾਚਾ, ਸਹੀ ਵਿਚਾਰ, ਸੰਮਾ ਸੰਕੱਪਾ, ਰਾਈਟ ਥੋਟਸ, ਸਹੀ ਵਿਚਾਰ। ਸੰਮਾ ਵਾਚਾ, ਰਾਈਟ ਸਪੀਚ, ਸਹੀ ਬਾਣੀ। ਸੰਮਾ ਕ੍ਰਾਮਾਂਤ, ਰਾਈਟ ਐਕਸ਼ਨਸ, ਸਹੀ ਕ੍ਰਾਮਾਂਤ। ਸੰਮਾ ਆਜੀਵਿਕਾ, ਰਾਈਟ ਲਾਈਵਲੀਹੁੱਡ, ਉਹਦੇ ਸਹੀ ਕਮਾਈ। ਸੰਮਾ ਵਿਆਯਾਮ, ਰਾਈਟ ਐਫਰਟਸ, ਸਹੀ ਯਤਨ।
सम्मा सत्ती, राइट माइंडफुलनेस, सही जागरूकता, सम्मा समाधि, राइट कॉन्सनट्रेशन, सही समाधि। ਹੁਣ ਆਪਾਂ ਆਉਂਦੇ ਹਾਂ ਕਿ ਰਾਈਟ ਅੰਡਰਸਟੈਂਡਿੰਗ ਕੀ ਹੈ, ਸਹੀ ਸਮਝ। ਇਸ ਦਾ ਮਤਲਬ ਹੈ ਕਿ 4 ਆਰੀਆ ਸੱਤਾ ਦਾ ਗਿਆਨ ਹੋਣਾ। ਦੁੱਖ ਹੈ, ਦੁੱਖ ਦਾ ਕਾਰਨ ਹੈ, ਦੁੱਖ ਦਾ ਨਿਵਾਰਨ ਹੈ, ਉਹ ਦੁੱਖ ਨਿਵਾਰਨ ਕਰਨ ਦਾ ਮਾਰਗ ਹੈ। ਇਹਦਾ ਅੰਡਰਸਟੈਂਡਿੰਗ ਜਿਹੜੀ ਆ, ਇਹਨੂੰ ਹੀ ਆਪਾਂ ਰਾਈਟ ਸਮਝ ਕਹਿ ਸਕਦੇ ਹਾਂ। ਇਹੀ ਰਾਈਟ ਅੰਡਰਸਟੈਂਡਿੰਗ ਹੈ। ਕਿਹੜੇ ਪਾਪ ਕਰਮ ਹਨ, ਕਿਹੜੇ ਪੁੰਨ ਕਰਮ ਹਨ, ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਕਿ ਉਹ ਕਿਸ ਤਰ੍ਹਾਂ ਸਾਡੀ ਕਾਇਆ ਤੋਂ, ਬਾਣੀ ਤੋਂ ਤੇ ਮਨ ਤੋਂ ਕਿਸ ਤਰ੍ਹਾਂ ਉਤਪੰਨ ਹੁੰਦੇ ਹਨ। ਇਹਦੀ ਅੰਡਰਸਟੈਂਡਿੰਗ ਨੂੰ ਰਾਈਟ ਅੰਡਰਸਟੈਂਡਿੰਗ ਬਿਲਕੁਲ, ਕਹਿੰਦੇ ਜਿਸ ਤਰ੍ਹਾਂ ਤੁਸੀਂ ਇਸੇ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ। ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜੁੜੇ ਹਨ ਸੁਮਨ ਸਾਹਿਬ, ਉਹਨਾਂ ਨੂੰ ਜ਼ਰੂਰ ਅਸੀਂ ਸ਼ਾਮਲ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਸਾਡੇ ਸਭ ਤੋਂ ਪਹਿਲੇ ਆਦਰਣੀय ਸਾਥੀ ਧਰਮਚੰਦ ਮਹੇਜ ਜੀ, ਦੇਵੋ ਮਹੇਜ ਜੀ ਤੇ ਪੂਰਾ ਪਰਿਵਾਰ ਸਾਡੇ ਭੈਣ ਜੀ ਦਮਾ ਸਿਸਟਰ ਸਤਿਆ ਮਹਿਮੀ ਜੀ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ ਤੇ ਮਦਰਸ ਡੇ ਤੇ ਸਾਰੀਆਂ ਹੀ ਮਾਵਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇ ਰਹੇ ਹਨ। ਸਾਡੇ ਬਹੁਤ ਹੀ ਆਦਰਣੀय ਸਾਥੀ, ਬਜ਼ੁਰਗ ਸਾਥੀ ਪ੍ਰਕਾਸ਼ ਹੁਸ਼ਿਆਰਪੁਰੀ ਜੀ, ਸਾਡੇ ਆਂਟੀ ਸਵਰਨ ਕੌਰ ਜੀ ਤੇ ਪੂਰਾ ਪਰਿਵਾਰ ਮਦਰਸ ਡੇ ਤੇ ਵਧਾਈਆਂ ਦੇ ਰਹੇ ਹਨ ਤੇ ਉਹਨਾਂ ਦੇ ਪਰਿਵਾਰ ਨਾਲ ਸ਼ਰਧਾਂਜਲੀਆਂ ਵੀ ਦੇ ਰਹੇ ਹਨ, ਅਫਸੋਸ ਜ਼ਾਹਰ ਕਰ ਰਹੇ ਹਨ। ਸਾਡੇ ਸਾਥੀ ਸੋਢੀ ਰਾਮ ਜੱਸਲ ਜੀ, ਕਮਲੇਸ਼ ਜੱਸਲ ਜੀ, ਰਕੇਸ਼ ਜੱਸਲ ਜੀ ਤੇ ਮਦਰਸ ਡੇ ਤੇ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ ਤੇ ਉਸ ਦੇ ਨਾਲ ਸਾਡੇ ਆਦਰਣੀय ਸਾਥੀ ਫਕੀਰ ਚੰਦ ਚੌਹਾਨ ਜੀ, ਗੁਰਦੇਵੋ ਚੌਹਾਨ ਜੀ ਤੇ ਪੂਰਾ ਪਰਿਵਾਰ ਮਦਰਸ ਡੇ ਦੇ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ ਤੇ ਮਹਿਮੀ ਪਰਿਵਾਰ ਨਾਲ ਅਫਸੋਸ ਵੀ ਜ਼ਾਹਰ ਕਰ ਰਹੇ ਹਨ। ਉਹਨਾਂ ਦੇ ਨਾਲ ਸਾਡੇ ਕਮੇਟੀ ਦੇ ਪ੍ਰਧਾਨ ਸਾਡੇ ਆਦਰਣੀय ਸਾਥੀ ਮਦਨ ਚੌਹਾਨ ਜੀ, ਸਾਡੇ ਉਹਨਾਂ ਦੇ ਮਿਸਿਸ ਨਿਰਮਲਾ ਚੌਹਾਨ ਜੀ ਤੇ ਪੂਰਾ ਪਰਿਵਾਰ ਮਦਰਸ ਡੇ ਤੇ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ ਤੇ ਨਾਲ ਸਾਰੇ ਮਹਿਮੀ ਪਰਿਵਾਰ ਨਾਲ ਅਫਸੋਸ ਵੀ ਜ਼ਾਹਰ ਕਰ ਰਹੇ ਹਨ। ਸਾਡੇ ਬਹੁਤ ਹੀ ਆਦਰਣੀय ਆਂਟੀ ਰੰਜੋ ਰੱਤੂ ਜੀ ਪ੍ਰੋਗਰਾਮ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਸਾਰੀਆਂ ਮਾਵਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਉਸ ਦੇ ਨਾਲ ਸਾਡੇ ਬਹੁਤ ਹੀ ਆਦਰਣੀय ਸਾਥੀ ਸੋਹਣਾ ਰੱਤੂ ਜੀ, ਮਹਿੰਦੋ ਰੱਤੂ ਜੀ ਤੇ ਪੂਰਾ ਪਰਿਵਾਰ ਮਦਰਸ ਡੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਉਸ ਦੇ ਨਾਲ ਸਾਡੇ ਬਹੁਤ ਹੀ ਆਦਰਣੀय ਸਾਥੀ ਜੋ ਕਿ ਇੰਡੀਆ ਚ ਹਨ, ਮੁਲਕ ਰਾਜ ਬੱਧਨ ਜੀ ਵੀ ਪ੍ਰੋਗਰਾਮ ਨੂੰ ਸਾਥ ਆਪਣਾ ਉਹਨਾਂ ਦਾ ਮੈਸੇਜ ਆਇਆ ਹੈ ਤੇ ਸਾਡੇ ਭੈਣ ਜੀ ਸ਼ੀਸ਼ ਬੱਧਨ ਜੀ ਪਰਿਵਾਰ ਤੇ ਪੂਰਾ ਮਦਰਸ ਡੇ ਤੇ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਨ ਤੇ ਸਾਡੇ ਸਾਥੀ ਦੀਵਾਨ ਮਹਿੰਦਰਾ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ ਤੇ ਸਾਰਿਆਂ ਨੂੰ ਮਦਰਸ ਡੇ ਤੇ ਵਧਾਈਆਂ ਦਿੰਦੇ ਹਨ। ਸਾਡੇ ਸਾਥੀ ਜੋ ਫੋਨ ਦੀ ਸੇਵਾ ਵੀ ਨਿਭਾ ਰਹੇ ਹਨ, ਸਾਡੇ ਸਾਥੀ ਦੀਸ਼ ਦਾਦਰਾ ਜੀ ਤੇ ਸਾਡੇ ਭੈਣ ਜੀ ਸਮਿਤਰੀ ਦਾਦਰਾ ਜੀ ਤੇ ਪੂਰਾ ਪਰਿਵਾਰ ਮਦਰਸ ਡੇ ਤੇ ਵਧਾਈਆਂ ਦਿੰਦੇ ਹਨ ਤੇ ਮਹਿਮੀ ਪਰਿਵਾਰ ਨਾਲ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ। ਸਾਡੇ ਸਾਥੀ ਪ੍ਰੇਮ ਚਮਕੀਲਾ ਜੀ, ਨਰਿੰਦਰ ਕੌਰ ਜੀ, ਸਾਰੇ ਸੰਸਾਰ ਭਰ ਦੀਆਂ ਮਾਵਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਹਰਮੇਸ਼ ਜੱਸਲ ਜੀ, ਸਤਿਆ ਜੱਸਲ ਜੀ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ ਤੇ ਮਦਰਸ ਡੇ ਤੇ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਨ ਤੇ ਸਾਡੇ ਆਦਰਣੀय ਸਾਥੀ ਜਿਸ ਤਰ੍ਹਾਂ ਦੇਵ ਸੁਮਨ ਜੀ ਸਾਡੇ ਨਾਲ ਹਨ ਤੇ ਸਾਡੇ ਭੈਣ ਜੀ ਬਖਸ਼ੋ ਸੁਮਨ ਜੀ, ਬੀਬੀ ਬਚਨੀ ਜੀ ਤੇ ਡਾਕਟਰ ਰਕੇਸ਼ ਜੀ ਤੇ ਉਹਨਾਂ ਦਾ ਪੂਰਾ ਪਰਿਵਾਰ ਮਦਰਸ ਡੇ ਤੇ ਵਧਾਈਆਂ ਦੇ ਰਹੇ ਹਨ ਤੇ ਜਿਸ ਤਰ੍ਹਾਂ ਮਹਿਮੀ ਪਰਿਵਾਰ ਨਾਲ ਵੀ ਆਪਣਾ ਦੁੱਖ ਸਾਂਝਾ ਕਰ ਰਹੇ ਹਨ। ਸ਼ਾਮ ਲਾਲ ਕੈਂਥ ਜੀ ਵੀ ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ ਤੇ ਸਾਡੇ ਆਦਰਣੀय ਸਾਥੀ ਮੂਰਤੀ ਮਾਲ ਜੀ ਉਹ ਵੀ ਇੰਡੀਆ 'ਚ ਹਨ ਤੇ ਭਜਨੋ ਮਾਲ ਜੀ ਵੀ ਫੋਨ ਤੇ ਸਾਰਿਆਂ ਮਦਰਸ ਨੂੰ ਵਧਾਈਆਂ ਦੇ ਰਹੇ ਹਨ ਤੇ ਮਹਿਮੀ ਪਰਿਵਾਰ ਨਾਲ ਅਫਸੋਸ ਜ਼ਾਹਰ ਕਰ ਰਹੇ ਹਨ। ਰਮੇਸ਼ ਦਾਦਰਾ ਜੀ, ਮੀਨਾ ਦਾਦਰਾ ਜੀ, ਉਹਨਾਂ ਦੇ ਨਾਲ ਸਾਡੇ ਬਹੁਤ ਹੀ ਆਦਰਣੀय ਸਾਥੀ ਮਦਨ ਸਰੋਜ ਜੀ ਹੰਸਲੋ ਤੋਂ ਪ੍ਰੋਗਰਾਮ ਪਸੰਦ ਕਰ ਰਹੇ ਹਨ ਤੇ ਮਦਰਸ ਡੇ ਤੇ ਵਧਾਈਆਂ ਦੇ ਰਹੇ ਹਨ ਤੇ ਮਹਿਮੀ ਪਰਿਵਾਰ ਨਾਲ ਅਫਸੋਸ ਜ਼ਾਹਰ ਕਰ ਰਹੇ ਹਨ। ਸਾਡੇ ਹੰਸਰਾਜ ਮਹਿਮੀ ਜੀ, ਪਾਲੂ ਮਹਿਮੀ ਜੀ, ਸਾਰੇ ਹੀ ਪਰਿਵਾਰਾਂ ਨੂੰ ਮਦਰਸ ਡੇ ਤੇ ਵਧਾਈਆਂ ਦੇ ਰਹੇ ਹਨ। ਉਸ ਦੇ ਨਾਲ ਸਾਡੇ ਭੈਣ ਜੀ ਸਤਿਆ ਸਲਨ ਜੀ ਤੇ ਸਾਡੇ ਆਦਰਣੀय ਸਾਥੀ ਸ਼ਾਦੀ ਲਾਲ ਸਲਨ ਜੀ, ਪੂਰਾ ਹੀ ਪਰਿਵਾਰ ਮਦਰਸ ਡੇ ਤੇ ਵਧਾਈਆਂ ਦਿੰਦਾ ਹੈ ਤੇ ਮਹਿਮੀ ਪਰਿਵਾਰ ਨਾਲ ਦੁੱਖ ਦੀਆਂ ਸਾਂਝਾ ਪਾਉਂਦੇ ਹਨ ਤੇ ਸਾਡੇ ਭੈਣ ਜੀ ਉਰਮਲਾ ਕੌਲ ਜੀ ਤੇ ਸਾਰਾ ਪਰਿਵਾਰ ਮਦਰਸ ਡੇ ਤੇ ਵਧਾਈਆਂ ਦੇ ਰਹੇ ਹਨ ਤੇ ਮਹਿਮੀ ਪਰਿਵਾਰ ਨਾਲ ਅਫਸੋਸ। ਸਾਡੇ ਬਹੁਤ ਹੀ ਆਦਰਣੀय ਸਾਥੀ ਇੰਡੀਆ ਤੋਂ ਆਏ ਹਨ, ਕੁਝ ਦਿਨ ਹੋਏ ਹਨ ਵਾਪਸ ਤੇ ਤਰਸੇਮ ਕੌਲ ਜੀ ਤੇ ਦੇਬੋ ਕੌਲ ਜੀ, ਅੰਜਨਾ ਮਹੇਜ ਜੀ ਮਦਰਸ ਡੇ ਤੇ ਸਾਰਿਆਂ ਨੂੰ ਹੀ ਬਹੁਤ-ਬਹੁਤ ਸਾਰੀਆਂ ਮਾਵਾਂ ਨੂੰ ਵਧਾਈਆਂ ਦਿੰਦੇ ਹਨ ਤੇ ਮਹਿਮੀ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਨ। ਸਾਡੇ ਸਾਥੀ ਅਮਤਾਬ ਕੌਲਧਰ ਜੀ, ਦਰਸ਼ਨਾ ਕੌਲਧਰ ਜੀ ਐਂਡ ਸ਼ਾਮ ਲਾਲ ਕੈਂਥ ਜੀ ਵੀ ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ, ਸਾਰੇ ਸੰਸਾਰ ਦੀਆਂ ਮਾਵਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਉਸ ਦੇ ਨਾਲ ਮਹਿਮੀ ਪਰਿਵਾਰ ਨਾਲ ਦੁੱਖ ਦੀਆਂ ਸਾਂਝਾ ਪਾਉਂਦੇ ਹਨ। ਏਡਨ ਕੌਲ ਦਾ ਜਨਮ ਦਿਨ ਸੀ ਜੋ ਕਿ ਸਾਡੇ ਬਹੁਤ ਹੀ ਆਦਰਣੀय ਸਾਥੀ ਤਰਸੇਮ ਕੌਲ ਜੀ ਤੇ ਦੇਬੋ ਕੌਲ ਜੀ ਉਹਨਾਂ ਦਾ ਗ੍ਰੈਂਡਸਨ ਹੈ ਤੇ ਉਸ ਦੇ ਬਰਥਡੇ ਸਨ ਏਡਨ ਕੌਲ ਦੇ ਤੇ ਸਾਡੇ ਮਮਤਾ ਕੌਲ ਜੀ ਤੇ ਉਹਨਾਂ ਦੇ ਸ਼ੀਲ ਕੌਲ ਜੀ, ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਬੁੱਧਮ ਸੰਘ ਦੀਆਂ ਕੰਮਾਂ ਨਾਲ। ਪੂਰੇ ਕੌਲ ਪਰਿਵਾਰ ਨੂੰ ਵਧਾਈਆਂ ਦੇ ਨਾਲ ਏਡਨ ਕੌਲ ਨੂੰ ਵਿਸ਼ ਕਰਦੇ ਹਾਂ ਹੈਪੀ ਬਰਥਡੇ ਤੇ ਉਸ ਦੇ ਲੰਬੇ ਤੇ ਹੈਲਥੀ ਤੇ ਵੈਲਥੀ ਹੋਣ ਦੇ ਨਾਲ ਵਿਸ਼ ਯੂ ਵੈਰੀ ਹੈਪੀ ਬਰਥਡੇ ਏਡਨ ਕੌਲ with the blessing of the Lord Buddha Dhamma Sangha. May you have a very happy, healthy, peaceful
ਐਂਡ ਲੌਂਗ ਸਕਸੈਸਫੁਲ ਬਿਲਕੁਲ। ਲਾਈਫ। ਤੋ ਇਸ ਖੁਸ਼ੀ ਵਿੱਚ ਸਾਡੇ ਸਾਥੀ ਤਰਸੇਮ ਕੌਲ ਜੀ ਤੇ ਭੈਣ ਜੀ ਤੇ ਬਕੌਲ ਜੀ 20 ਪੌਂਡ ਲੋਟਸ ਟੀਵੀ ਨੂੰ ਦੇ ਰਹੇ ਹਨ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਸ ਦੇ ਨਾਲ ਨਾਲ ਸਾਡੇ ਸ਼ੀਲ ਕੌਲ ਜੀ, ਮਮਤਾ ਕੌਲ ਜੀ, ਅੰਜਨਾ, ਮਲਿੰਦ ਕੌਲ ਜੀ ਸਾਡੇ ਬੇਟੇ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੇ ਹਨ ਏਡਨ ਨੂੰ ਉਸ ਦੇ ਜਨਮ ਦਿਨ ਤੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਸ ਤਰ੍ਹਾਂ ਸੁਮਨ ਸਾਹਿਬ ਗੱਲ ਕਰ ਰਹੇ ਹਾਂ ਕਿ ਖੁਸ਼ੀਆਂ ਤੇ ਗਮੀਆਂ ਜਿਸ ਤਰ੍ਹਾਂ ਸਾਡੇ ਬਿਲਕੁਲ ਇਹਨੂੰ ਅੰਡਰਸਟੈਂਡ ਕਰ ਲੈਣਾ ਹੀ ਤੰਮਾ ਹੈ। ਬਿਲਕੁਲ ਕਿਉਂਕਿ ਇਹ ਜਿਹੜੀ ਰਾਈਟ ਅੰਡਰਸਟੈਂਡਿੰਗ ਹੈ ਨਾ, ਉਹਦੇ 'ਚ ਰਾਈਟ ਅੰਡਰਸਟੈਂਡਿੰਗ ਮੀਨਿੰਗ ਇਹ ਸਮਝਣਾ ਕਿ ਹਰ ਇੱਕ ਚੀਜ਼ ਜਿਹੜੀ ਆ ਸਦਾ ਰਹਿਣ ਵਾਲੀ ਨਹੀਂ। ਜਿਹੜੀ ਸਦਾ ਰਹਿਣ ਵਾਲੀ ਨਹੀਂ ਉਹ ਦੁੱਖ ਦਾ ਕਾਰਨ ਬਣਦੀ ਹੈ। ਬਿਲਕੁਲ। ਤਾਂ ਇਹਦਾ ਮਤਲਬ ਹੈ ਕਿ ਉਹ ਦੁਖਦਾਈ ਹੈ, ਉਹ ਅਨੰਤ ਹੈ, ਕੋਈ ਆਤਮਾ ਨਹੀਂ ਹੈ। To understand everything is impermanent, all compound things are subject to suffering. ਇਹਨੂੰ ਕਹਿੰਦੇ ਆ ਰਾਈਟ ਅੰਡਰਸਟੈਂਡ। ਸਭੇ ਸੰਖਾਰਾ ਨਿਚਾਤੀ ਜਦ ਪੰਨਿਆ ਪਸਤੀ ਅਥ ਨ ਵਿੰਦਤੀ ਦੁੱਖੇ ਐਸਾ ਮੱਗੋ ਬਸੁੱਧਿਆ। ਕਿ ਸਾਰਾ ਸੰਸਾਰ ਜਿਹੜਾ ਆ ਸੰਖਾਰ ਆ, ਅਨਿੱਤ ਹਨ। ਜਦੋਂ ਅਸੀਂ ਆਪਣੀ ਵਿਜ਼ਡਮ ਦੇ ਨਾਲ ਇਹ ਸਮਝ ਲੈਂਦੇ ਹਾਂ ਕਿ ਸਾਰਾ ਸੰਸਾਰ ਅਨਿੱਤ ਹੈ ਤਾਂ ਫਿਰ ਸਾਡੇ ਦੁੱਖ ਦੂਰ ਹੋ ਜਾਂਦੇ ਹਨ। ਦੈਨ ਵੀ ਬਿਕਮ ਡਿਸਪੈਸ਼ਨੇਟ ਟੁਵਰਡ ਦ ਸਫਰਿੰਗ। ਦੈਟ ਇਜ਼ ਦ ਪਾਥ ਆਫ ਪਿਓਰਿਟੀ ਆਫ ਦ ਲੋਰਡ ਬੁੱਧਾ। ਇਹ ਰਾਈਟ ਅੰਡਰਸਟੈਂਡਿੰਗ ਹੈ। ਤਾਂ ਫਿਰ ਅਸੀਂ ਆਉਂਦੇ ਹਾਂ ਸੰਮਾ ਸੰਕੱਪਾ, ਇਹ ਪਾਲੀ ਲੈਂਗੁਏਜ ਦੇ ਵਿੱਚ, ਅਤੇ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਰਾਈਟ ਥੋਟਸ, ਸਹੀ ਵਿਚਾਰ। ਜਦੋਂ ਅਸੀਂ ਸਹੀ ਸਮਝ ਨੂੰ ਪਾ ਲੈਂਦੇ ਹਾਂ, ਸਹੀ ਵਿਚਾਰ ਉਤਪੰਨ ਹੁੰਦੇ ਹਨ। ਇਹਦੇ ਨਾਲ ਸਾਡੇ ਵਿੱਚ ਗਲਤ ਧਾਰਨਾਵਾਂ ਜਿਹੜੀਆਂ ਖਤਮ ਹੋ ਜਾਂਦੀਆਂ ਹਨ, ਕਿਉਂਕਿ ਸਾਨੂੰ ਸਮਝ ਲੱਗ ਜਾਂਦੀ ਹੈ। ਸਾਡੇ ਵਿੱਚ ਸ਼ੀਲ ਉਤਪੰਨ ਹੁੰਦੇ ਹਨ। ਇਹਦੇ 3 ਆਸਪੈਕਟ ਹਨ। ਦੁਨਿਆਵੀ ਕਾਮ ਵਾਸ਼ਨਾਵਾਂ ਤੋਂ, ਸੁਖ ਆਰਾਮ ਤੋਂ ਮੋਹ ਨੂੰ ਖਤਮ ਕਰਨਾ, ਨੰਬਰ 1। ਦੂਸਰਿਆਂ ਦੇ ਭਲੇ ਵਾਸਤੇ ਸੋਚ ਰੱਖਣਾ। ਤੀਸਰਾ, ਦੂਸਰਿਆਂ ਵਾਸਤੇ ਮੈਤਰੀ ਭਾਵਨ ਰੱਖਣਾ, ਗੁੱਡਵਿਲ ਆਪਣੇ ਮਨ ਦੇ ਵਿੱਚ ਰੱਖਣੀ, ਇਹ ਤੀਸਰਾ ਹੈ। ਅਤੇ ਫਿਰ ਅਸੀਂ ਸਾਰੇ ਜੀਵ ਪ੍ਰਾਣੀਆਂ ਵਾਸਤੇ ਆਪਣੇ ਮਨ ਵਿੱਚ ਦਇਆ, ਕਰੁਣਾ ਅਤੇ ਮੈਤਰੀ ਭਰਪੂਰ ਹੋ ਜਾਂਦੇ ਹਾਂ। ਇਸ ਤਰ੍ਹਾਂ ਮਨੁੱਖ ਦੇ ਪਿਆਰ ਅਤੇ ਮੈਤਰੀ ਭਰਪੂਰ ਹੋ ਜਾਂਦੇ ਹਾਂ। ਅਤੇ ਇਹਨੂੰ ਕਹਿੰਦੇ ਆ ਸਹੀ ਵਿਚਾਰ, ਸੰਮਾ ਦਿਠੀ ਜਿਹੜੀ ਆ ਉਹਦੇ ਵਿੱਚ ਰਾਈਟ ਅੰਡਰਸਟੈਂਡਿੰਗ ਐਂਡ ਰਾਈਟ ਥੋਟਸ ਦੇ ਪ੍ਰਗਿਆ ਦੇ ਨਾਲ ਪੈਦਾ ਹੁੰਦਾ ਹੈ। ਸੰਮਿਆ ਦਿਠੀ ਉਹ ਜਿਹੜੀ ਆਪਾਂ ਰਾਈਟ ਅੰਡਰਸਟੈਂਡਿੰਗ ਨੂੰ ਕਹਿੰਦੇ ਆ ਕਿ ਉਹਨੂੰ ਸਮਝ ਲੈਣਾ ਜਿਹੜਾ ਆ, ਤਾਂ ਇਹ ਫਿਰ ਸਾਡੇ ਵਿੱਚ ਇਹ ਤੀਸਰਾ ਜਿਹੜਾ ਸਾਡੇ ਵਿੱਚ ਆ ਜਾਂਦਾ ਹੈ। ਅਤੇ ਉਹਦੇ ਨਾਲ ਹੀ ਨਾਲ ਫਿਰ ਸੰਮਾ ਵਾਚਾ, ਤੀਸਰਾ ਸਹੀ ਬਾਣੀ। ਇਸ ਦਾ ਮਤਲਬ ਹੈ ਕਿ ਸਾਨੂੰ ਸੱਚ ਦਾ ਸਤਿਕਾਰ ਅਤੇ ਦੂਸਰਿਆਂ ਵਾਸਤੇ ਭਲੇ ਦਾ ਸਤਿਕਾਰ, ਝੂਠ ਨਹੀਂ ਬੋਲਣਾ ਚਾਹੀਦਾ, ਚੁਗਲੀ ਨਹੀਂ ਕਰਨੀ ਚਾਹੀਦੀ, ਅਵਾਗਾਉਣ, ਭੱਦੀ, ਗਲਤ ਭਾਸ਼ਾ ਨਹੀਂ ਬੋਲਣੀ ਚਾਹੀਦੀ। ਬੁਰੀ ਭਾਸ਼ਾ ਤੁਹਾਨੂੰ ਹਥਿਆਰ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ, ਉਹ ਡੂੰਘਾ ਜ਼ਖਮ ਦਿੰਦੀ ਹੈ। ਚੰਗੀ ਅਤੇ ਸ਼ੁੱਧ ਬਾਣੀ ਵੱਡੇ ਵੱਡੇ ਜਰਾਇਮ ਪੇਸ਼ੇ ਲੋਕਾਂ ਨੂੰ ਵੀ, ਡਾਕੂ ਚੋਰਾਂ ਨੂੰ ਵੀ ਕਾਬੂ ਵਿੱਚ ਕਰ ਲੈਂਦੀ ਹੈ। ਜਿੱਦਾਂ ਕਿ ਤਥਾਗਤ ਬੁੱਧ ਨੇ ਜਿਹੜਾ ਡਾਕੂ ਆਪਣੇ ਉਂਗਲੀ ਮਾਲ ਨੂੰ ਕਾਬੂ ਵਿੱਚ ਕਰ ਲਿਆ ਸੀ, ਉਹ ਸਹੀ ਬਾਣੀ ਸੀ। ਵੀ ਸ਼ੁੱਡ ਸਪੀਕ ਵਰਡਸ ਵਿਚ ਆਰ ਥੋਟਫੁਲ, ਬ੍ਰਿੰਗ ਹਾਰਮਨੀ, kind and meaningful. Lord Buddha said, pleasant speech is sweet as a honey. The truthful speech is a beautiful as a flower. Wrong, harsh speech is bad and unwholesome like filth, like a dirt. फिर आ जाते हैं राइट एक्शन, चौथा सम्मा क्रामांत, सही ਕੰਮ। ਸਹੀ ਕੰਮ ਦਾ ਮਤਲਬ ਹੈ ਕਿ ਜੋ ਵੀ ਸਾਡੇ ਕਰਮ ਹਨ ਉਹ ਦੂਸਰਿਆਂ ਨੂੰ ਦੁੱਖ ਦੇਣ ਵਾਲੇ ਨਹੀਂ ਹੋਣੇ ਚਾਹੀਦੇ। ਇਹਨਾਂ ਨੂੰ ਅਸੀਂ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਇਹ ਆਸਪੈਕਟ ਫॉर ਲਾਈਫ, ਪਾਣਾ ਤਿਪਾਤਾ ਵੇਰਮਣੀ ਸਿੱਖਾ ਪਦੰ ਸਮਾਦਿਆਮੀ। ਰਿਸਪੈਕਟ ਫॉर ਪ੍ਰੋਪਰਟੀ ਆਫ ਅਦਰ ਥਿੰਗ, ਅਧਿੰਨਾ ਦਾਨਾ ਵੇਰਮਣੀ ਸਿੱਖਾ ਪਦੰ ਸਮਾਦਿਆਮੀ, ਚੋਰੀ ਨਹੀਂ ਕਰਨਾ। ਰਿਸਪੈਕਟ ਫॉर ਦ ਪਰਸਨਲ ਰਿਲੇਸ਼ਨਸ਼ਿਪ, ਕਾਮੇਸੂ ਮਿੱਛਾਚਾਰਾ ਵੇਰਮਣੀ ਸਿੱਖਾ ਪਦੰ ਸਮਾਦਿਆਮੀ। Its meaning, we should not commit adultery, avoid sexual misconduct, maintaining the love and trust of those we love, as well as making our society a better place to live. ਸਾਰੇ ਰਿਸ਼ਤਿਆਂ ਦੀ ਰਿਸਪੈਕਟ ਕਰਨਾ ਜਿਹੜਾ ਆ ਇਹਦੇ ਵਿੱਚ ਆ ਜਾਂਦਾ ਹੈ।
ਸਮ ਆਜੀਵਿਕਾ, ਇਹਦਾ ਮਤਲਬ ਰਾਈਟ ਲਾਈਵਲੀਹੁੱਡ, ਸਹੀ ਕਮਾਈ। ਇਸ ਦਾ ਮਤਲਬ ਹੈ ਰੇਖਾ ਜੀ, ਜੋ ਵੀ ਅਸੀਂ ਪਰਿਵਾਰ ਵਾਸਤੇ ਕਮਾਈ ਕਰੀਏ ਦੂਸਰਿਆਂ ਨੂੰ ਨੁਕਸਾਨ ਦੇਣ ਤੋਂ ਬਗੈਰ ਕਰੀਏ। ਬਿਲਕੁਲ। ਤਾਂ ਜਿਸ ਤਰ੍ਹਾਂ ਕਿ ਜਦੋਂ ਵੀ ਕੋਈ ਵੀ ਕੰਮ ਕਰੀਏ, ਕਿ ਜਦੋਂ ਕੋਈ ਵੀ ਚੀਜ਼ ਆਪਾਂ ਕਰਦੇ ਹਾਂ ਕਿ ਕੋਈ ਕੀ ਮੈਂ ਇਹ ਜਿਹੜਾ ਕਮਾਈ ਕਰ ਰਿਹਾ ਕਿਸੇ ਨੂੰ ਨੁਕਸਾਨ ਤਾਂ ਨਹੀਂ ਦੇ ਰਿਹਾ। ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ, ਇਹ ਕਮਾਈ ਇੱਕ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਵੀ ਕਰਦਾ, ਲੇਕਿਨ ਉਹ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਂਦਾ, ਕੁਝ ਚੰਗਾ ਕੰਮ ਕਰ ਰਿਹਾ ਅਤੇ ਉਹਨੂੰ ਬੱਚੇ ਪਾਲਣ ਲਈ ਕਰ ਰਿਹਾ। ਦੂਸਰੇ ਪਾਸੇ ਕਮਾਈ ਇੱਕ ਚੋਰ ਵੀ ਕਰ ਰਿਹਾ, ਲੇਕਿਨ ਉਹ ਚੋਰੀ ਕਰਕੇ ਕਮਾਈ ਕਰਦਾ, ਤਾਂ ਉਹ ਕਮਾਈ ਦੇ ਨਾਲ ਦੂਸਰਿਆਂ ਨੂੰ ਦੁੱਖ ਹੁੰਦਾ। ਅਤੇ ਤਥਾਗਤ ਬੁੱਧ ਇੱਥੇ ਸਾਨੂੰ ਕਹਿੰਦੇ ਆ ਤੁਹਾਡੀ ਜਿਹੜੀ ਕਮਾਈ ਹੋਣੀ ਚਾਹੀਦੀ ਆ ਕਿ ਦੂਸਰਿਆਂ ਦਾ ਨੁਕਸਾਨ ਨਾ ਹੋਵੇ। ਤਾਂ ਫਿਰ ਅਸੀਂ ਆ ਜਾਂਦੇ ਨੰਬਰ 6 'ਤੇ, ਸਮਿਕ ਵਿਆਯਾਮ, ਰਾਈਟ ਐਫਰਟਸ। ਬਿਲਕੁਲ। ਕੋਈ ਵੀ ਕੰਮ ਕਰਨਾ ਹੈ ਉਹਦੇ ਲਈ ਐਫਰਟ ਚਾਹੀਦੇ ਆ। ਤਾਂ ਇਹ ਐਫਰਟਸ ਕੀ ਆ? ਇੱਥੇ ਤਥਾਗਤ ਭਗਵਾਨ ਬੁੱਧ ਨੇ ਇਹਨਾਂ ਨੂੰ 4 ਭਾਗਾਂ 'ਚ ਵੰਡਿਆ ਕਿ ਰਾਈਟ ਐਫਰਟਸ ਮੀਨ ਦੈਟ ਵੀ ਕਲਟੀਵੇਟ ਅ ਪੋਜ਼ਿਟਿਵ ਐਟੀਟਿਊਡ, ਹੈਵ enthusiasm in things we do, whether in our career, in our study, or in our practice of the Dhamma. There are 4 aspects of right efforts, 2 of which refer to the evil, other to the good. 2 evil ਨੂੰ refer ਕਰਦੇ ਹਨ, 2 good ਨੂੰ ਕਰਦੇ ਹਨ। Effort to reject all evil that has already arisen in your mind. ਜਿਹੜੀਆਂ ਸਾਡੇ ਮਾਈਂਡ ਦੇ ਵਿੱਚ ਕੋਈ ਬੁਰੀਆਂ ਚੀਜ਼ਾਂ ਆਈਆਂ, ਐਫਰਟ ਕਰੋ ਕਿ ਉਹਨਾਂ ਨੂੰ ਰਿਜੈਕਟ ਕਰ ਦਿਓ, ਉਹਨਾਂ ਨੂੰ ਬਾਹਰ ਕੱਢਣਾ। ਦਿਸ ਵਨ ਫਸਟ ਐਫਰਟ। ਦੂਸਰਾ ਐਫਰਟ ਹੈ ਦ ਐਫਰਟ ਟੂ ਪ੍ਰੀਵੈਂਟ ਦ ਅਰਾਈਜ਼ਿੰਗ ਆਫ ਈਵਲ। ਜਿਹੜੀਆਂ ਸਾਡੇ ਅੰਦਰ ਈਵਲ ਕੋਈ ਆਈ ਨਹੀਂ ਹਜੇ, ਟਰਾਈ ਟੂ ਮੇਕ ਐਫਰਟ ਟੂ ਕੀਪ ਦੈਮ ਅਵੇ ਫਰਮ ਯੂ, ਕੀਪ ਅਵੇ ਫਰਮ ਯੂਰ ਮਾਈਂਡ। ਨੰਬਰ 3, ਐਫਰਟ ਟੂ ਡਿਵੈਲਪ ਦ ਅਨਅਰੀਜਨ ਗੁੱਡ। ਜਿਹੜੀਆਂ ਚੰਗੀਆਂ, ਜਿਹੜੀਆਂ ਸਾਡੇ ਵਿੱਚ ਗੁੱਡ ਚੀਜ਼ਾਂ ਨਹੀਂ ਹਜੇ ਆਈਆਂ, ਅਤੇ ਉਹਦੇ ਐਫਰਟ ਕਰੇ ਕਿ ਅਸੀਂ ਉਹਨੂੰ ਡਿਵੈਲਪ ਕਰੀਏ, ਆਪਣੇ ਮਨ ਦੇ ਵਿੱਚ ਚੰਗੀਆਂ ਚੀਜ਼ਾਂ ਲਿਆਈਏ। ਦ ਐਫਰਟ ਟੂ ਮੇਨਟੇਨ ਦ ਗੁੱਡ ਵਿਚ ਹੈਜ਼ ਆਲਰੇਡੀ ਅਰੀਜਨ। ਜੋ ਸਾਡੇ ਵਿੱਚ ਚੰਗਿਆਈਆਂ ਆ, ਜਿਹੜੀਆਂ ਆਲਰੇਡੀ ਅਰੀਜਨ ਹੋ ਚੁੱਕੀਆਂ ਸਾਡੇ ਮਾਈਂਡ ਦੇ ਵਿੱਚ, ਟੂ ਮੇਨਟੇਨ ਦੈਮ, ਟੂ ਪ੍ਰੀਜ਼ਰਵ ਦੈਮ। ਅਤੇ ਇਹਨੂੰ ਕਹਿੰਦੇ ਆ ਸਮਿਕ ਵਿਆਯਾਮ। ਅਤੇ ਹੁਣ ਆਪਾਂ ਆਉਂਦੇ ਆ 7ਵੇਂ 'ਤੇ, ਸੰਮਾ ਸਤੀ, ਰਾਈਟ ਮਾਈਂਡਫੁਲਨੈਸ, ਸਹੀ ਜਾਗਰੂਕਤਾ। ਤਥਾਗਤ ਬੁੱਧ ਕਹਿੰਦੇ ਆ ਕਿ ਯੂ ਮਸਟ ਬੀ ਅਲਰਟ 올 ਦਾ ਟਾਈਮ। ਸਾਡੀ ਜ਼ਿੰਦਗੀ ਵਿੱਚ ਜਾਗਰੂਕਤਾ ਬਹੁਤ ਹੀ ਜ਼ਰੂਰੀ ਹੈ। ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਆਪਣੇ ਕਰਮਾਂ, ਵੇਦਨਾ, ਵਿਚਾਰਾਂ ਅਤੇ ਵਾਤਾਵਰਨ, এনवायरमेंट ਪ੍ਰਤੀ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ। ਜਿਹੜਾ ਕਿ ਅੱਜ ਅਸੀਂ ਰੌਲਾ ਪਾਉਂਦੇ ਹਾਂ ਕਿ এনवायरमेंट ਖਰਾਬ ਹੋ ਰਿਹਾ, ਕਿਉਂ ਹੋ ਰਿਹਾ? ਤਥਾਗਤ ਬੁੱਧ ਨੇ 2600 ਸਾਲ ਸਾਨੂੰ ਪਹਿਲਾਂ ਕਿਹਾ ਸੀ, ਉਹ ਭਾਈ ਤੂੰ ਆਪਣੇ এনवायरमेंट ਵਾਸਤੇ ਵੀ ਜਾਗਰੂਕ ਰਹਿ, ਇਹਨੂੰ ਖਰਾਬ ਨਾ ਕਰ, ਨਹੀਂ ਤਾਂ ਬਾਅਦ 'ਚ ਦੁਖੀ ਹੋਵਾਂਗੇ। ਅਤੇ ਅੱਜ ਅਸੀਂ ਇਸ ਕਰਕੇ ਦੁਖੀ ਹੋ ਰਹੇ ਹਾਂ। ਅਤੇ ਸਾਡੀ ਕਾਇਆ, ਬਾਣੀ, ਮਨ ਤੋਂ ਕੋਈ ਬੁਰਾ ਕੰਮ ਨਾ ਤਾਂ ਨਹੀਂ ਹੋ ਰਿਹਾ। ਵੀ ਕਾਇਆ ਨੂੰ ਪੱਸੀ, ਵੇਦਨਾ ਨੂੰ ਪੱਸੀ, ਚਿੱਤਾਂ ਨੂੰ ਪੱਸੀ, ਦੰਮਾਂ ਨੂੰ ਪੱਸੀ। ਕਾਇਆ ਨੂੰ, ਵੇਦਨਾ ਨੂੰ, ਚਿੱਤਾਂ ਨੂੰ ਇੱਥੋਂ ਤੱਕ ਕਰਨਾ ਕਿ ਸਾਡੇ ਤੋਂ ਬੁਰਾ ਕਰਮ ਤੇ ਨਹੀਂ ਹੋ ਰਿਹਾ। ਮਾਈਂਡਫੁਲਨੈਸ ਕੈਨ ਬੀ ਡਿਵੈਲਪ ਬਾਈ ਬੀਇੰਗ constantly aware of 4 particular aspects. These are the application of mindfulness with regard to body, posture, breathing, feeling, whether pleasant or unpleasant. The mind is greedy or not greedy, dispersed or deluded or not deluded. Mind subject, whether there are mental hindrances to concentration, four noble truths, ਕਿ ਤੁਹਾਡਾ ਮਾਈਂਡ ਜਿਹੜਾ ਆ ਉਹਦੇ 'ਚ ਕੋਈ ਰੁਕਾਵਟ ਨਹੀਂ ਆ ਰਹੀ। ਅਤੇ 8ਵਾਂ ਹੁਣ ਮੈਂ ਸਾਂਝੀ ਕਰਾਂਗਾ ਤਾਂ ਸਾਡੇ ਦਰਸ਼ਕਾਂ ਦੇ ਨਾਲ, ਸੰਮਾ ਸਮਾਧੀ, ਰਾਈਟ ਕੌਨਸੈਂਟਰੇਸ਼ਨ, ਦੈਟਸ ਦ ਵੈਰੀ ਇੰਪੋਰਟੈਂਟ। ਸਹੀ ਸਮਾਧੀ ਥਰੂ ਪ੍ਰੈਕਟਿਸ ਅੰਡਰ ਐਨ ਐਕਸਪੀਰੀਅੰਸ ਟੀਚਰ। Right concentration brings 2 benefits. It lead to the mind, lead to the mental and physical well-being, comfort, joy, calm, tranquility. ਇਹ ਸਾਨੂੰ ਮਤਲਬ ਸਾਡੀਆਂ ਮੈਂਟਲ ਔਰ ਫਿਜ਼ੀਕਲ ਆ ਉਹਨੂੰ ਜਿਹੜਾ ਜੋਏ ਔਰ ਆਰਾਮ ਜਿਹੜਾ ਵੱਲ ਨੂੰ ਲੈ ਕੇ ਜਾਂਦੀ ਹੈ। It turns the mind into an instrument capable of seeing things as they are, as they truly are. ਇਹ ਤੁਹਾਡੀ ਜਦੋਂ ਕੌਨਸੈਂਟਰੇਸ਼ਨ ਕਰਦੇ ਹਾਂ ਸਾਨੂੰ ਇਹ ਸਿਖਾਉਂਦੀ ਹੈ ਮੈਡੀਟੇਸ਼ਨ। ਸੋ ਨੋਬਲ ਏਟ ਫੋਰ ਪਾਥ ਇਜ਼ ਦਾ 4th ਇੰਪੋਰਟੈਂਟ ਟਰੂਥ ਵੀ
ਬਾਈ ਦ ਲੋਰਡ ਬੁੱਧਾ, ਇਹ ਜਿਹੜਾ 8ਵਾਂ ਜਿਹੜਾ ਹੈ। ਸੋ ਬਿਲਕੁਲ। ਤੇ ਇਹ 8 ਜਿਹੜੇ ਆ, ਤੇ ਇਸ ਦੇਖੋ- ਕਰਕੇ ਉਹਨਾਂ ਨੇ ਕਿਹਾ ਆ, ਸੁੱਖ ਕਾ ਕਰ ਤੇਰੇ ਅੰਦਰ, ਉਸ ਦੀ ਬਾਹਰ ਤਲਾਸ਼ ਨਾ ਕਰ, ਦੁੱਖ ਕਾ ਕਰ ਤੇਰੇ ਅੰਦਰ, ਉਸ ਦੀ ਬਾਹਰ ਤਲਾਸ਼ ਨਾ ਕਰ। ਜੇ ਅਗਰ ਅਸੀਂ ਇਹ 8 ਤੇ ਚੱਲ ਕੇ ਅਟੰਗਿਕ ਮਾਰਗ ਤੇ ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾ ਸਕਦੇ ਹਾਂ, ਸਾਰੇ ਸੰਸਾਰ ਨੂੰ ਸੁਖੀ ਬਣਾ ਸਕਦੇ ਹਾਂ, এনवायरमेंट ਨੂੰ ਸੁਖੀ ਬਣਾ ਸਕਦੇ ਹਾਂ। ਦਿਸ ਇਜ਼ ਦੀ ਨੋਬਲ 8-fold ਪਾਥ ਆਫ ਦ ਬਹੁਤ ਬਹੁਤ ਧੰਨਵਾਦ ਸੁਮਨ ਸਾਹਿਬ। ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਡੂੰਘੀ ਜੋ ਕਿ ਤਥਾਗਤ ਬੁੱਧ 2600 ਸਾਲ ਪਹਿਲਾਂ 2500 ਸਾਲ ਪਹਿਲਾਂ ਸਾਨੂੰ ਸੱਚਾਈਆਂ ਤੋਂ ਵਾਕਫ ਕਰਵਾ ਗਏ ਹੈ, ਤਾਂ ਚਾਹੇ ਅਸੀਂ ਉਹਨਾਂ ਤੱਕ ਕਿਸ ਤਰ੍ਹਾਂ ਸਟੈਪ ਬਾਏ ਸਟੈਪ ਪਹੁੰਚ ਰਹੇ ਹਾਂ। ਜਿਹੜਾ ਇਹਨਾਂ ਨੂੰ ਫੋਲੋ ਕਰ ਲੈਂਦਾ ਹੈ ਉਸ ਦਾ ਜੀਵਨ ਜੋ ਬੜਾ ਹੀ ਸੁਚੱਜਾ ਹੋ ਜਾਂਦਾ ਹੈ। ਤੇ ਸਾਡੇ ਸਾਥੀ ਬਹੁਤ ਆਦਰਨੀय ਸਾਥੀ KL ਚਾਂਦ ਜੀ ਵੀ ਬੈਡਫੋਰਡ ਤੋਂ ਸਾਡੇ ਨਾਲ ਜੁੜੇ ਹਨ, ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ, ਸਾਰੀਆਂ ਹੀ ਮਦਰਜ਼ ਨੂੰ ਵਿਸ਼ ਕਰ ਰਹੇ ਹਨ, ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇ ਰਹੇ ਹਨ, ਤੇ ਮੈਂ ਵੀ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਨ। ਉਸ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਆਪ ਨਾਲ ਸਾਂਝਾ ਪਾਈਆਂ ਹਨ ਕਿ ਸਾਡੇ ਬਹੁਤ ਹੀ ਆਦਰਨੀय ਸਾਥੀ ਇੰਟਰਨੈਸ਼ਨਲ ਮਿਸ਼ਨ ਲੰਡਨ ਦੇ ਵਾਈਸ ਚੇਅਰ ਮਿਸਟਰ ਸੁਰਿੰਦਰ ਮਹਿਮੀ ਜੀ, ਉਹਨਾਂ ਦਾ ਹਾਫ ਸਾਡੇ ਭੈਣ ਜੀ ਸਤਿਆ ਮਹਿਮੀ ਜੀ ਜੋ ਸਾਡਾ ਸਾਥ ਛੱਡ ਗਏ ਹਨ 24 ਮਾਰਚ ਨੂੰ। ਉਹਨਾਂ ਦਾ ਜੋ ਫਿਊਨਰਲ ਸਰਵਿਸ ਹੈ 4 ਅਪ੍ਰੈਲ ਨੂੰ ਹੋਵੇਗੀ, ਤੇ ਉਹਨਾਂ ਦੇ ਸਾਰੇ ਹੀ ਸੱਜਣ ਮਿੱਤਰ ਸਾਥੀ ਰਿਸ਼ਤੇਦਾਰ ਸਾਰੇ ਹੀ, ਫੋਨ ਨੰਬਰ ਵੀ ਹੈ ਸਾਡੇ ਕੋਲ ਅਵੇਲੇਬਲ 07930460003। ਇਸ ਤੇ ਕੰਟੈਕਟ ਕਰਕੇ ਸਾਰੀਆਂ ਹੋਰ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹਨ ਜਾਂ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਇੱਕ ਕੁਇਕ ਸੂਚਨਾ ਆ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਵੱਲੋਂ ਬਾਬਾ ਸਾਹਿਬ ਦਾ ਆਉਣ ਵਾਲਾ ਜਿਹੜਾ ਬਰਥ ਐਨੀਵਰਸਰੀ ਆ, ਉਹ 17 ਅਪ੍ਰੈਲ ਨੂੰ ਸੰਡੇ ਵਾਲੇ ਦਿਨ ਇੱਥੇ ਵੂਵਹੈਂਪਟਨ ਦੇ ਵਿੱਚ 17 ਹਾਲ ਦੇ ਵਿੱਚ ਮਨਾਇਆ ਜਾਏਗਾ। ਤੇ ਉਹਦੀ ਜਿਹੜੇ ਪੋਸਟਰਸ ਜਿਹੜੇ ਆਉਣਗੇ ਤੇ ਆਪ ਸਭ ਨੂੰ ਮਿਲ ਜਾਣਗੇ। ਤੇ ਆਪ ਸਭ ਨੂੰ ਬੇਨਤੀ ਹੈ ਕਿ 17 ਅਪ੍ਰੈਲ ਨੂੰ ਆਪਣਾ ਵਿਹਲਾ ਰੱਖਿਓ, ਤੇ ਇਸ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਧਾਉਣਾ ਹੈ। ਤੇ ਬਾਬਾ ਸਾਹਿਬ ਦੇ ਜਿਹੜੇ ਮਿਸ਼ਨ ਤੇ ਉਹਨਾਂ ਦੇ ਜਿਹੜਾ ਉਹਦੇ ਬਾਰੇ ਆਪਾਂ ਵਿਚਾਰ ਸੁਣਾਂਗੇ, ਵੱਡੇ ਵੱਡੇ ਜਿਹੜੇ ਸਾਡੇ ਬੁਲਾਰਿਆਂ ਵਾਸਤੇ। ਬਿਲਕੁਲ ਸੁਮਨ ਸਾਹਿਬ, ਬਹੁਤ ਅੱਛਾ ਇਹ ਵੀ ਤੁਸੀਂ ਸਾਂਝਾ ਕੀਤਾ ਕਿ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ 17 ਅਪ੍ਰੈਲ ਜੋ ਫ੍ਰੀ ਰੱਖਣਾ ਹੈ। ਬਾਬਾ ਸਾਹਿਬ ਭੀਮਰਾਓ ਅੰਬੇਡਕਰ ਵਿਸ਼ਵ ਰਤਨ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣਾ ਹੈ, ਤੇ ਆਪਣੇ ਸਾਰਿਆਂ ਨੇ ਆਪਣੇ ਵਿਚਾਰਾਂ ਦੀਆਂ ਸਾਂਝਾ ਪਾਉਣੀਆਂ ਹਨ, ਉਹਨਾਂ ਦੇ ਜੀਵਨ ਦੇ ਨਾਲ ਚੱਲਣਾ ਹੈ। ਤੇ ਇਸੇ ਤਰ੍ਹਾਂ ਆਪ ਸਭ ਦੇ ਨਾਲ ਜੋ ਵੀ ਸਾਂਝਾ ਪਾਈਆਂ ਹਨ, ਆਪ ਸਭ ਦੇ ਸਾਥ ਦਾ ਬਹੁਤ ਰਿਣੀ ਹਾਂ ਅਸੀਂ, ਤੁਸੀਂ ਸਾਥ ਦਿੰਦੇ ਹੋ। ਇਸੇ ਤਰ੍ਹਾਂ ਇੱਕ ਵਾਰ ਫਿਰ ਮਿਲਾਂਗੇ, ਉਸ ਟਾਈਮ ਸਮਾਂ ਨਹੀਂ ਇਜਾਜ਼ਤ ਰਿਹਾ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਮੋ ਬੁੱਧਾ, ਜੈ ਭੀਮ, ਜੈ ਭਾਰਤ।